महला तीजा। सच्ची भगती सतगुर दे ओ सच्ची हृदय वाणी। सच्ची भगती सतगुर दे ओ सच्ची हृदय वाणी। ये बाणी महाराज तीसरी पातशाही श्री गुरु अमरदास जी की है। गुरु साहब जी सच्ची और कच्ची भगती का निर्णय कर रहे हैं। संतां ने बाणी दे विच कोई शक नहीं छड्डिया। उन्हां सही सही तौर बाणी ते दस्सिया है। उन्होंने पता सी कि जमाना जिहड़ा है इन्हां झूठ के प्रचंड च बहुत रच जाना है ते सच नूं छड्ड देना है और झूठ विच फस जाना है। गुरु साहब ने 22 वार तीर्थां की यात्रा की, लेकिन मुरशद के बिना उन्होंने तीर्थां की यात्रा की, बनया कुछ नहीं। वो एक कर्म कांडां दे विच गिनी जाती है, वो भगती नहीं गिनी जाती। उहदे नाल साडी मुक्ति नहीं होंदी। असी मुक्ति तो वांझे रह सकते हैं। मुक्ति जद भी होगी किसी महापुरखों तो सिक्ख्या लैके उहदे मुताबिक चलीए फिर साडी मुक्ति होंदी। सतगुर का लफज सिर्फ सतगुर नहीं, जिहदे विच सत होवे उहनूं सतगुर कहा गया है। सत दे बिना सतगुर नहीं, ना उहदे पास नाम है कि ना ही वो कुछ कर सकता है। गुरु साहब जी 22 वार तीर्थां की यात्रा की, बनया कुछ नहीं। उन्हां दे घर विच उन्हां दी भतीजा नूं लगदी सी जिसका नाम बीबी अमरो सी। वो सतगुर नाल बहुत प्यार करती सी ते सतगुर दे हुक्म दे मुताबिक चलती सी। सुबह सुबह भजन तो उठ के उसने शब्द पढ़ने। शब्द पढ़न विच बड़ा फर्क है। एक शब्द प्यार नाल पढ़िया जाता, जिहड़ा अंदरूनी प्यार नाल उहदी हर बंदे नूं खिच पैंदी है ते स्वाद आउंदा उसदा। जिहड़ा उपरले मनों शब्द पढ़िया जाए वो खुश्क ते उसका कोई स्वाद नहीं आउंदा। वो भजन तो उठ के घर का काम करती हुंदी सी ते नाल लहर दे नाल उसने शब्द पढ़ने खुशी दे नाल। ये शब्द पढ़िया जे सौ चंदा उगवे सूरज चढ़े हजार, एती चांदर होंदिया गुरबिन कोर हंदा। जदों ये शब्द गुरु साहब ने सुनिया ते पुछया उस बीबी नूं कि बीबी तू किहदी बाणी पढ़ रही है। उसने अपने पिता का इशारा दिता। कहंदे असीं तेरे पिता के पास कई बार गए हैं। ठीक महाराज तुसीं गए हो, पर तुसीं रिश्तेदार बन के जाते रहे हो और रिश्तेदार बन के तुहाडा आदर मान कर देंदे रहे। ना तुसीं कुछ लैण गए
ਤੇ ਨਾ ਹੀ ਤੁਹਾਨੂੰ ਕੁਛ ਉਹਨਾਂ ਦਿੱਤਾ ਹੈ। ਇਹ ਸਾਡੀ ਹਰ ਬੰਦੇ ਦੀ ਖਾਸ਼ ਅਲੱਗ-ਅਲੱਗ ਹੁੰਦੀ ਹੈ। ਜਿਸ ਖਾਸ਼ ਦੇ ਨਾਲ ਅਸੀਂ ਕਿਸੇ ਜਗ੍ਹਾ ਤੇ ਜਾਂਦੇ ਹਾਂ, ਕਿਸੇ ਫਕੀਰਾਂ ਦੇ ਪਾਸ, ਉਸੇ ਤਰ੍ਹਾਂ ਦਾ ਸਾਨੂੰ ਉਹ ਫਲ ਮਿਲਦਾ ਹੈ। ਹਜ਼ੂਰ ਜਿਨ੍ਹਾਂ ਦਾ ਦਰਬਾਰ ਹੈ, ਇੱਕ ਵਾਰ ਅਸੀਂ ਉਹਨਾਂ ਦੇ ਅੰਦਰ ਗਏ, ਕਮਰੇ ਅੰਦਰ, ਤੇ ਬਹੁਤ ਸਾਰੀਆਂ ਬੋਤਲਾਂ ਪਈਦੀਆਂ। ਪਿੱਛੇ ਇੰਨਾ ਕੁ ਰਿਵਾਜ਼ ਚੱਲਿਆ ਕਿ ਬੋਤਲ ਸਤਿਗੁਰੂ ਨੂੰ ਦੇਣੀ, ਉਹਨੇ ਭਰਨੀ ਅੰਮ੍ਰਿਤ ਦੀ। ਮੈਂ ਕਿਹਾ ਜੀ ਇਹ ਬਹੁਤ ਟਾਈਮ ਲੱਗਣਾ ਹੈ, ਬੋਤਲਾਂ ਭਰਦਿਆਂ ਤੁਹਾਨੂੰ ਇੰਨੀਆਂ ਬੋਤਲਾਂ ਅੰਦਰ ਆਈਆਂ ਨੇ। ਹੱਸ ਕੇ ਕਹਿਣ ਲੱਗੇ ਕਿ ਅਸੀਂ ਦਿਲ ਨਹੀਂ ਦਿਖਾਉਂਦੇ ਕਿਸੇ ਦਾ, ਜਿਹੜਾ ਸਾਲ ਬਾਅਦ ਆਇਆ ਉਸਨੇ ਬੋਤਲ ਅੰਦਰ ਭੇਜੀ ਹੈ, ਜਿਹੜਾ 6 ਮਹੀਨੇ ਆਇਆ ਉਸਨੇ ਵੀ ਅੰਦਰ ਹੀ ਭੇਜ ਦਿੱਤੀ, ਜਿਹੜਾ ਮਹੀਨੇ ਬਾਅਦ ਆਇਆ ਉਸਨੇ ਵੀ, ਜਿਹੜਾ ਹਫ਼ਤੇ ਬਾਅਦ ਆਇਆ ਉਸਨੇ ਵੀ। ਪਰ ਜਿਹੋ ਜਿਹੀ ਬੋਤਲ ਹੈ ਉਹੋ ਜਿਹੀ ਦਵਾਈ ਪੈਣੀ ਹੈ ਇਹਦੇ 'ਚ। ਜਿਹੋ ਜਿਹੀ ਬੋਤਲ ਹੈ ਦਵਾਈ ਵੀ ਉਹੋ ਜਿਹੀ ਪੈਣੀ ਹੈ। ਬਾਣੀ 'ਚ ਜੋ ਲਿਖਿਆ ਹੈ ਸੰਤਾਂ ਨੇ, ਸਤਿਗੁਰ ਧਰਤੀ ਧਰਮ ਹੈ, ਜਿਹ ਬੀਜੇ ਤਿਹ ਫਲ ਪਾਏ। ਗੁਰੂ ਸਾਹਿਬ ਕਹਿਣ ਲੱਗੇ ਕਿ ਜਿਸ ਦੀ ਸਾਲ ਦੀ ਬੋਤਲ ਹੁਣ ਆਈ ਹੈ, ਸਾਲ ਬਾਅਦ ਆਇਆ, ਉਹਦਾ ਜਿੱਦਣਾ ਪਿਆਰ ਹੈ ਓਨੀ ਇਹ ਦਵਾਈ ਪੈਣੀ ਹੈ। ਜਿਹੜਾ 6 ਮਹੀਨੇ ਬਾਅਦ ਆਇਆ, ਜਿਤਨਾ ਉਹਦਾ ਪਿਆਰ ਹੈ ਉਸੇ ਤਰ੍ਹਾਂ ਦੀ ਦਵਾਈ ਉਹਦੇ 'ਚ ਪੈਣੀ ਹੈ। ਬੀਬੀ ਨੇ ਕਿਹਾ ਮਹਾਰਾਜ ਤੁਸੀਂ ਰਿਸ਼ਤੇਦਾਰ ਬਣ ਕੇ ਜਾਂਦੇ ਰਹੇ ਹੋ, ਉਹ ਰਿਸ਼ਤੇਦਾਰ ਬਣ ਕੇ ਤੁਹਾਡਾ ਆਦਰ ਮਾਣ ਕਰ ਦਿੰਦੇ ਰਹੇ ਹੈ, ਨਾ ਤੁਸੀਂ ਕੁਝ ਲੈਣ ਗਏ, ਨਾ ਤੁਹਾਨੂੰ ਉਹਨਾਂ ਕੁਝ ਦਿੱਤਾ ਹੈ। ਉਸ ਵਕਤ ਗੁਰੂ ਸਾਹਿਬ ਨੂੰ ਬੜਾ ਬੁਰਾ ਮਹਿਸੂਸ ਹੋਇਆ ਕਿ ਘਰ ਵਿੱਚ ਹੀ ਸਭ ਕੁਝ ਸੀ, ਅਸੀਂ ਲੈ ਨਹੀਂ ਸਕੇ। ਜਦੋਂ ਬੰਦੇ ਦਾ ਕਰਮ ਅੱਗੇ ਆ ਜਾਏ ਕਿ ਅੰਦਰ ਪਿਆਰ ਹੋਵੇ ਤੇ ਗੱਲ ਕਰਨ ਦੀ ਸਮਝ ਆ ਜਾਂਦੀ ਹੈ, ਜੇ ਅੰਦਰ ਪਿਆਰ ਨਹੀਂ ਤੇ ਗੱਲ ਕਰਨ ਦੀ ਸਮਝ ਵੀ ਨਹੀਂ ਆਉਂਦੀ। ਗੁਰੂ ਸਾਹਿਬ ਨੇ ਕਿਹਾ ਬੀਬੀ ਮੈਨੂੰ ਆਪਣੇ ਪਿਤਾ ਦੇ ਪਾਸ ਲੈ ਚੱਲ। ਲੜਕੀ ਨੇ ਕਿਹਾ ਮਹਾਰਾਜ ਮੈਂ ਜਾਂਦੀ ਤੇ ਹੈ, ਪਰ ਜਦੋਂ ਮੇਰੇ ਪਿਤਾ ਜੀ ਬੁਲਾਉਂਦੇ ਹੈ ਉਦੋਂ ਮੈਂ ਜਾਣੀ ਹਾਂ। ਜਦੋਂ ਮੈਨੂੰ ਇੱਥੇ ਭੇਜ ਦਿੰਦੇ ਆ ਮੈਂ ਇੱਥੇ ਆ ਜਾਂਦੀ ਹਾਂ। ਮੈਂ ਕਦੀ ਆਪਣੀ ਮਰਜ਼ੀ ਨਹੀਂ ਕੀਤੀ, ਆਪਣੀ ਮਰਜ਼ੀ ਨਾਲ ਨਾ ਜਾਂਦੀ ਹਾਂ ਨਾ ਆਉਂਦੀ ਹਾਂ। ਗੁਰੂ ਸਾਹਿਬ ਨੇ ਸੋਚਿਆ ਗੱਲ ਤੇ ਠੀਕ ਕਹਿ ਰਹੀ ਹੈ। ਲੜਕੀ ਨੂੰ ਕਿਹਾ ਬੀਬੀ ਤੂੰ ਇਹ ਦੱਸ ਸਹੁਰੇ ਤੇ ਪਿਤਾ ਦੇ ਵਿੱਚ ਕਿਤਨਾ ਕੁ ਫਰਕ ਹੁੰਦਾ ਹੈ? ਮੈਂ ਵੀ ਤੇ ਤੇਰਾ ਪਿਤਾ ਹੀ ਲੱਗਦਾ। ਇਹ ਅਸਲੀਅਤ ਤੇ ਪਿਤਾ ਉਹੀ ਹੁੰਦਾ ਜਿੱਥੇ ਸਾਰੀ ਜ਼ਿੰਦਗੀ ਗੁਜ਼ਾਰਨੀ ਹੁੰਦੀ ਹੈ। ਅੱਜ ਤੂੰ ਮੇਰਾ ਹੁਕਮ ਮੰਨ ਲੈ ਤੇ ਮੈਨੂੰ ਜ਼ਰੂਰ ਆਪਣੇ ਪਿਤਾ ਦੇ ਪਾਸ ਲੈ ਚੱਲ। ਹੁਣ ਮੈਂ ਰਹਿ ਨਹੀਂ ਸਕਦਾ। ਇਹ ਤੇਰੇ ਵਚਨ ਜਿਹੜੇ ਹੈ ਸ਼ਬਦ ਮੈਨੂੰ ਤੀਰ ਦੀ ਤਰ੍ਹਾਂ ਲੱਗ ਰਿਹਾ ਹੈ। ਬੀਬੀ ਲੈ ਕੇ ਤੁਰ ਪਈ, ਪਰ ਮਨ ਬੜਾ ਸ਼ੈਤਾਨ ਹੈ। ਹਰ ਇੱਕ ਦਾ ਮਨ ਬੜਾ ਸ਼ੈਤਾਨ ਹੈ। ਕਈ ਬਲਬਲੇ ਆਏ ਕਿ ਉਹ ਸਾਡੇ ਰਿਸ਼ਤੇਦਾਰ ਸੀ, ਅੱਜ ਕਿੱਥੋਂ ਉਹਦੇ ਵਿੱਚ ਰੱਬੀ ਤਾਕਤ ਆ ਗਈ ਹੈ? ਅੱਜ ਕੀ ਹੋ ਗਿਆ? ਅਸੀਂ ਇਕੱਠੇ ਰਹਿੰਦੇ ਰਹੇ ਹਾਂ, ਪਰ ਰੱਬੀ ਤਾਕਤ ਦਾ ਪਤਾ ਨਹੀਂ। ਜਿਨ ਪ੍ਰੇਮ ਕੀਆ ਤਿਨ ਪ੍ਰਭ ਪਾਇਆ, ਇਹ ਕੋਈ ਜ਼ਰੂਰੀ ਨਹੀਂ। ਪਤਾ ਨਹੀਂ ਕਿਸ ਨੇ ਪ੍ਰੇਮ ਕਰ ਲੈਣਾ, ਕਿਹਦੇ ਵਿੱਚ ਉਹ ਮਾਲਕ ਦੀ ਤਾਕਤ ਆ ਜਾਣੀ ਹੈ, ਇਸ ਗੱਲ ਦਾ ਕੋਈ ਪਤਾ ਨਹੀਂ। ਇਹਦਾ ਕੋਈ ਸਮਾਂ ਨਹੀਂ, ਕੋਈ ਡੇਟ ਨਹੀਂ। ਇਹ ਬਲਬਲੇ ਆਉਂਦੇ ਰਹੇ ਪਰ ਫਿਰ ਵੀ ਚਲਾ ਗਿਆ। ਜਦੋਂ ਗੁਰੂ ਸਾਹਿਬ ਦੇ ਪਾਸ ਗਏ, ਉਹ ਅੱਗੇ ਵਾਂਗ ਨਹੀਂ ਆਦਰ ਮਾਣ ਕਰਨ ਲੱਗੇ। ਉਹਨਾਂ ਕਿਹਾ ਹੁਣ ਸਾਡਾ ਆਦਰ ਮਾਣ ਨਾ ਕਰੋ। ਕਿਉਂ? ਕਿ ਅਸੀਂ ਤੁਹਾਡੇ ਕੋਲੋਂ ਬਣ ਕੇ ਨਹੀਂ ਆਏ, ਅਸੀਂ ਤੁਹਾਡੇ ਸੇਵਾਦਾਰ ਬਣ ਕੇ ਆਏ।
सानू कोई टहल सेवा दसो। गुरु साहब ने सोचा ये हुण कुछ लैन आया, ये कुछ लैन आए ने, लेकिन दईए किनों? हर बंदा जिहड़ा कोई भी काम करदा उहदे विच माण हुंदा है, उहदे विच माण हुंदा है। इन्हां दे विच माण सी कि मैं 22 वार गंगा दे इशनान कीते है ते मेरा की फर्क पिया रब दे नालों। ते संत हमेशा वास्ते अज नहीं कि हर जवाने दे विच महापुरख आए है, हिंदुआं विच भी आए, मुसलमानां विच भी आए। जिस सिख नूं उन्हां ओह दौलत देनी है ਉਹਦੀ ਟਰਾਈ ਜ਼ਰੂਰ ਕਰਨੀ ਹੈ। ਅਸੀਂ ਮਾਮੂਲੀ ਇੱਕ ਭਾਂਡਾ ਮਿੱਟੀ ਦਾ ਖਰੀਦਣ ਵਾਸਤੇ ਜਾਂਦੇ ਆ ਤੇ ਉਸ ਨੂੰ ਵੀ ਇਸ ਨਾਲ ਟਣਕਾਉਂਦੇ ਆ ਕਿ ਕੱਚਾ ਹੈ ਜਾਂ ਪੱਕਾ ਹੈ। ਤੇ ਕਿਆ ਮੁਰਸ਼ਿਦ ਨੇ ਸਾਨੂੰ ਨਹੀਂ ਟਣਕਾਉਣਾ? ਮੁਰਸ਼ਿਦ ਕੱਚੇ ਭਾਂਡੇ ਵਿੱਚ ਹੀ ਪਾ ਦੇਊਗਾ ਸਭ ਕੁਝ। ਜੇ ਅਸੀਂ ਇੱਕ ਟਕੇ ਦੇ ਭਾਂਡੇ ਨੂੰ ਟਣਕਾਉਂਦੇ ਆ ਤੇ ਮੁਰਸ਼ਿਦ ਨੇ ਐਡੀ ਵੱਡੀ ਦੌਲਤ ਜਿਹਨੇ ਰੱਖੀ ਆ ਉਸਨੇ ਦੇਖਣਾ ਨਹੀਂ ਕਿ ਭਾਂਡਾ कच्चा है कि पक्का है। हजूर कई बार फरमाते होंगे कि शेरनी का दुध जिहड़ा सोने के भांडे च रहिंदा है वो कच्चिया भांडिया च नहीं रहिंदा। हमेशा वास्ते फकीर दुनिया ते आए और सिख की ट्राई करते रहे। उन्होंने गुरु साहब नूं पानी ढोण की ड्यूटी दी कि अगे तीर्थां दा इशनान तू करदा सी, जाओ उन तीर्थां तो इशनान लिया के कर पानी लिया के सानू इशनान कराया करो। गुरु साहब ने मंजूर कर लिया। जदों अंदर प्यार होवे उस वक्त छोटी मोटी गल का कोई तराज नहीं हुंदा। सिख दे अंदर प्यार होवे वो जो भी मुर्शिद कहे सो करदा है, चाहे जितना मर्जी वो काम गलत भी होवे दुनिया च नज़र आउंदा होवे, लेकिन जिहड़ा प्रेमी सिख है वह करेगा। जदों गुरु नानक देव ने अपने साहिबजादियां की प्रीख्या लई, एक गंदे नाले विच छन्ना सुट दिता कि आ जाओ इस छन्ने नूं कढ के लियाओ। उन्होंने कहा जी छन्ने साडे घर बथेरे है, इहो जिहे सानू इश्क ना दस्या करो, कौन गंदे नाले च बड़े। पर भाई लैणे वाल जदों नज़र की समैद कपड़ियां दे गंदे नाले च वड़ गया और छन्ना कट के लाया, परवाह नहीं की। मुर्शद का हुक्म मन्निया। गुरु साहब जी रोज पानी लियाउंदे सन। ताने मीने भी बजे कि अमरू नथाया ये रोज तुरया रहिंदा, इनू कोई थां नहीं। पर फिर भी उन्हें परवाह नहीं की। 6 मील जाना और 6 मील आना, 12 मील सफर होंदा है। ते सिर ते पानी की मटकी, बिरद बस्ता, कुड़म कुड़म का पानी ढोवे, कितना औखा है। लेकिन गुरु साहब जी रोजाना अपने सही टाइम ते जाना, सही टाइम ते आके इशनान कराउण। 12 साल गुजर गए। 12 साल जब गुजर गए, मुर्शिद खुश हो गया, अंदरों मान तरान जड़ा सी खत्म हो गया, अंदरों शब्द की लज्जत आना शुरू हो गई। उस वक्त गुरु साहब ने फरमाया है कि सच्ची भगती गुर ते होवे, सच्ची हिरदे बाणी। वो बाणी जिहड़ी सच्ची साडे अंदर है, जब तक वो प्रगट नहीं हुंदी इन्ने चिर साडी भगती कोई नहीं। पर प्रगट किस तरह होएगी? सब तो पहला सानू मुर्शद की तलाश करनी चाहिए है। क्या मुर्शद ने कुछ किया है? मुर्शद ने बंदगी की है या नहीं की? ਜਾਂ सानू ही कहता बंदगी करो, आप भी की या नहीं की? जिन्होंने पानी ढोण की ड्यूटी लगाई सी उन्हों दी,
ਉਹਨਾਂ ਸਾਰੀ ਜ਼ਿੰਦਗੀ ਗੁਰੂ ਨਾਨਕ ਦੇਵ ਦੇ ਚਰਨਾਂ ਦੇ ਵਿੱਚ ਬਤੀਤ ਕੀਤੀ ਔਰ ਜੋ ਜੋ ਵੀ ਉਹਨਾਂ ਨੇ ਕੰਮ ਦੱਸਿਆ ਸੋ ਉਹਨਾਂ ਨੇ ਕੀਤਾ। ਇੱਕ ਵਾਰ ਉਹ ਮਹੀਨੇ ਦੀਆਂ ਰਾਤਾਂ ਸਨ ਤੇ ਗੁਰੂ ਸਾਹਿਬ ਜੀ ਹਮੇਸ਼ਾ ਹੀ, ਕਿਉਂਕਿ ਘਰ ਵਿੱਚ ਇਹ ਗੱਲ ਚੱਲਦੀ ਆਉਂਦੀ ਸੀ ਕਿ ਤਾਕਤ ਘਰ ਵਿੱਚ ਰਹੇ, ਤੇ ਗੁਰੂ ਸਾਹਿਬ ਜੀ ਟਰਾਈ ਕਰਦੇ ਰਹਿੰਦੇ ਸਨ। ਉਹ ਮਹੀਨੇ ਦੀਆਂ ਰਾਤਾਂ ਦੋਨੋਂ ਸਾਹਿਬਜ਼ਾਦਿਆਂ ਨੂੰ ਬੁਲਾਇਆ, ਆਓ ਮੇਰੇ ਕੱਪੜੇ ਧੋ ਕੇ ਲਿਆਓ, ਰਾਵੀ ਦੇ ਕੰਢੇ ਚਲੇ ਜਾਓ, ਧੋ ਕੇ ਲਿਆਓ, ਨਾਲ ਸੁਕਾ ਕੇ ਲਿਆਓ। ਉਹਨਾਂ ਨਹੀਂ ਮੰਨਿਆ, ਕਹਿਣ ਲੱਗੇ ਸਵੇਰੇ ਅਸੀਂ ਕਿਸੇ ਧੋਬੀ ਪਾਸੋਂ ਧਾ ਲਵਾਂਗੇ। ਭਾਈ ਲਹਿਣਾ, ਜਿਸ ਦਾ ਨਾਮ ਗੁਰੂ ਅੰਗਦ ਦੇਵ ਜੀ ਬਾਅਦ 'ਚ ਰੱਖਿਆ ਗਿਆ, ਕੋਲ ਬੈਠੇ ਸਨ। ਉਧਰ ਨਜ਼ਰ ਕੀਤੀ, ਭਾਈ ਲਹਿਣਾ ਉਹ ਕੱਪੜੇ ਲੈ ਕੇ ਚਲਾ ਗਿਆ। ਇਹ ਨਹੀਂ ਸੋਚਿਆ ਕਿ ਧੋ ਤੇ ਲਾਵਾਂਗਾ, ਸੁਕਾਵਾਂਗਾ ਕਿੱਦਾਂ, ਇਹ ਨਹੀਂ ਸੋਚਿਆ। ਜਦੋਂ ਸ਼ਹਿਰ ਦੇ ਬਾਹਰ ਗਿਆ ਤੇ ਹਾੜ ਜੇੜ ਦੀ ਧੁੱਪ ਚੜੀ ਸੀ, ਕੱਪੜੇ ਸਾਫ਼ ਕੀਤੇ ਧੋ ਕੇ ਜਦੋਂ ਸ਼ਹਿਰ ਦੇ ਵਿੱਚ ਆਇਆ, ਫਿਰ ਰਾਤ ਸੀ। ਸੋਚ ਗਿਆ ਕਿ ਇਹ ਕੋਈ ਕਾਰਨ ਹੈ। ਆ ਕੇ ਇਸ ਤਰ੍ਹਾਂ ਦਰਵਾਜ਼ਾ ਠਕੋਰਿਆ। ਗੁਰੂ ਸਾਹਿਬ ਨੇ ਆਵਾਜ਼ ਦਿੱਤੀ ਕਿ ਤੂੰ ਕੌਣ ਹੈ? ਜੇ ਕੋਈ ਸਾਡੇ ਵਰਗਾ ਸੇਵਾਦਾਰ ਹੁੰਦਾ ਤਾਂ ਕਈ ਜਵਾਬ ਅੱਗੂ ਦਿੰਦਾ, ਅੱਬਲ ਤੇ ਜਾਣਾ ਹੀ ਨਹੀਂ ਸੀ, ਪਰ ਬੋਲੇ ਨਹੀਂ। ਫਿਰ ਉਹਨਾਂ ਦਰਵਾਜ਼ਾ ਟਕੋਰਿਆ। ਫਿਰ ਗੁਰੂ ਸਾਹਿਬ ਨੇ ਆਵਾਜ਼ ਦਿੱਤੀ ਕਿ ਤੂੰ ਕੌਣ ਹੈ? ਜਦੋਂ ਅੰਦਰ ਬਿਰਿਆਂ ਤੇ ਪਿਆਰ ਹੋਵੇ ਤੇ ਉਦੋਂ ਪਤਾ ਲੱਗ ਜਾਂਦਾ ਹੈ ਕਿ ਮੈਂ ਕੀ ਕਹਿਣਾ ਹੈ ਤੇ ਗੁਰੂ ਸਾਹਿਬ ਜੀ ਕੀ ਕਹਿ ਰਹੇ ਹੈ। ਇਹ ਬੁਝਾਰਤਾਂ ਜਿਹੜੀਆਂ ਨੇ ਇਹ ਅੰਦਰੋਂ ਅੰਦਰ ਹੀ ਕੰਮ ਕਰ ਜਾਂਦੀਆਂ ਨੇ। ਭਾਈ ਲਹਿਣਾ ਇਹ ਸੋਚਦਾ ਸੀ ਕਿ ਮੈਂ ਹੁਣ ਕੀ ਦੱਸਾਂ ਕਿ ਮੈਂ ਕੌਣ ਹਾਂ। ਗੁਰੂ ਸਾਹਿਬ ਨੇ ਆਪ ਦਰਵਾਜ਼ਾ ਖੋਲ੍ਹਿਆ, ਦੇਖਿਆ ਤੇ ਭਾਈ ਲਹਿਣਾ ਬਾਹਰ ਖੜਾ ਸੀ। ਗੁਰੂ ਸਾਹਿਬ ਨੇ ਕਿਹਾ, ਮੈਂ ਕਿਤਨੀਆਂ ਆਵਾਜ਼ਾਂ ਤੈਨੂੰ ਮਾਰੀਆਂ ਤੇ ਤੂੰ ਬੋਲਿਆ ਨਹੀਂ। ਮਹਾਰਾਜ, ਜੋ ਕੁਛ ਤੁਸੀਂ ਪੁੱਛਦੇ ਸੀ ਉਹਦਾ ਮੈਂ ਕੋਈ ਜਵਾਬ ਨਹੀਂ ਸੀ ਦੇ ਸਕਦਾ। ਤੁਸੀਂ ਪੁੱਛਦੇ ਸੀ ਤੂੰ ਕੌਣ ਹੈ, ਮੈਨੂੰ ਨਹੀਂ ਪਤਾ ਮੈਂ ਕੌਣ ਹਾਂ। ਮੈਨੂੰ ਪਤਾ ਹੀ ਨਹੀਂ ਮੈਂ ਕੌਣ ਹਾਂ। ਮੇਰਾ ਪਤਾ ਤੁਹਾਨੂੰ ਹੈ ਕਿ ਮੈਂ ਕੌਣ ਹਾਂ। ਜੇ ਮੈਨੂੰ ਪਤਾ ਹੁੰਦਾ ਤੇ ਮੈਂ ਤੁਹਾਨੂੰ ਦੱਸ ਦਿੰਦਾ। ਤੇ ਰੋ ਪਿਆ, ਅੰਦਰ ਵਿਰਾਗ ਸੀ, ਪਿਆਰ ਸੀ ਅੰਦਰ। ਤੇ ਗੁਰੂ ਸਾਹਿਬ ਨੇ ਫੜ ਕੇ ਗਲ ਨਾਲ ਲਾ ਲਿਆ, ਭਾਈ ਲੈਣਿਆ, ਤੂੰ ਕੁਛ ਸਾਡੇ ਪਾਸੋਂ ਲੈਣਾ ਹੈ, ਅਸੀਂ ਤੇਰਾ ਕੁਝ ਦੇਣਾ ਹੈ। ਤੇ ਗੁਰਗੱਦੀ ਉਸ ਨੂੰ ਬਖਸ਼ ਦਿੱਤੀ, ਸਾਧ ਸੰਗਤ ਦੀ ਸੇਵਾ ਦੇ ਦਿੱਤੀ। ਹਮੇਸ਼ਾ ਹੀ ਸੰਤ ਜਦ ਵੀ ਦੁਨੀਆ ਤੇ ਆਏ ਉਹ ਸਿੱਖ ਦੀ ਟਰਾਈ ਕਰਦੇ ਰਹੇ, ਚਾਹੇ ਕਿਸੇ ਵੀ ਕੰਮ ਨਾਲ ਕੀਤੀ। ਇਹ ਨਹੀਂ ਪਤਾ ਹਮ ਧਿਆਨ 'ਚ ਕਿਹੜਾ ਲਫ਼ਜ਼ ਆਉਣਾ, ਕਿਹੜਾ ਸਵਾਲ ਆਉਣਾ ਹੈ, ਕੋਈ ਦੱਸ ਕੇ ਥੋੜਾ ਆਉਂਦਾ ਹੈਗਾ। ਇਸੇ ਵਾਸਤੇ ਸਵਾਮੀ ਜੀ ਮਹਾਰਾਜ ਬਾਣੀ 'ਚ ਫਰਮਾਉਂਦੇ ਆ ਕਿ ਸਿੱਖ ਨੂੰ ਹਮੇਸ਼ਾ ਹੀ ਸਿਪਾਹੀ ਦੀ ਤਰ੍ਹਾਂ ਤਿਆਰ ਰਹਿਣਾ ਚਾਹੀਦਾ ਹੈ। ਜਿਸ ਤਰ੍ਹਾਂ ਇੱਕ ਸਿਪਾਹੀ ਫੌਜ ਦਾ ਬਿਲਕੁਲ ਤਿਆਰ ਰਹਿੰਦਾ, ਆਪਣੇ ਸਮਾਨ ਦੀ ਪੂਰੀ ਤਿਆਰੀ ਰੱਖਦਾ ਤੇ ਆਪ ਵੀ ਪੂਰੀ ਤਿਆਰੀ ਰੱਖਦਾ ਹੈ ਕਿ ਪਤਾ ਨਹੀਂ ਕਿਸ ਵੇਲੇ ਮੈਨੂੰ ਕਿੱਧਰ ਦਾ ਹੁਕਮ ਹੋ ਜਾਣਾ ਤੇ ਕਿੱਧਰ ਜਾਣਾ ਪੈਣਾ ਹੈਗਾ। ਇਸੇ ਤਰ੍ਹਾਂ ਸਿੱਖ ਨੂੰ ਸਵਾਮੀ ਜੀ ਮਹਾਰਾਜ ਬਾਣੀ 'ਚ ਫਰਮਾਇਆ ਹੈ ਕਿ ਬਿਲਕੁਲ ਤਿਆਰ ਰਹਿਣਾ ਚਾਹੀਦਾ ਉਸ ਨੂੰ। ਮਹਾਰਾਜ ਤੀਸਰੀ ਪਾਤਸ਼ਾਹੀ ਗੁਰੂ ਸਾਹਿਬ ਨੇ 12 ਸਾਲ ਪਾਣੀ ਢੋਇਆ। 12 ਸਾਲ ਦੇ ਬਾਅਦ ਇਹ ਪਤਾ ਲੱਗਾ ਕਿ ਸੱਚੀ ਭਗਤੀ ਜਿਹੜੀ ਹੈ ਕਿੱਥੇ ਆਉਂਦੀ ਹੈ। ਸੱਚੀ ਭਗਤੀ ਸਤਿਗੁਰ ਤੇ ਹੋਵੇ। ਆਏ ਜਿਸ ਨੇ ਭਗਤੀ ਕੀਤੀ ਹੈ ਉਹ ਭਗਤੀ ਕਰਾ ਸਕਦਾ ਹੈ। ਜਿਸ ਨੇ ਭਗਤੀ ਕੀਤੀ ਨਹੀਂ, ਜਿਹਨੂੰ ਭਗਤੀ ਦਾ ਪਤਾ ਹੀ ਨਹੀਂ, ਉਹ ਭਗਤੀ ਸਾਡੇ ਕੋਲੋਂ ਕੀ ਕਰਾਏਗਾ। ਹੁਣ ਤੁਸੀਂ ਸਾਰੇ ਜਾਣਦੇ ਹੋ ਕਿ ਹਜ਼ੂਰ ਮਹਾਰਾਜ ਜੀ ਜਿਨ੍ਹਾਂ ਦਾ ਦਰਬਾਰ ਹੈ
ਜਦੋਂ ਵੀ ਕੋਈ ਬੰਦਾ ਬਿਮਾਰ ਹੋ ਜਾਂਦਾ ਸੀ, ਕੋਈ ਹੇਰ ਫੇਰ ਹੁੰਦਾ ਸੀ, ਚਾਹੇ ਦਿਮਾਗੀ ਤੌਰ ਤੇ, ਚਾਹੇ ਉਹਨੂੰ ਨੀਂਦ ਨਹੀਂ ਪੈਣੀ, ਚਾਹੇ ਕੁਝ ਹੋਣਾ, ਫੌਰਨ ਉਸ ਦਾ ਇਲਾਜ ਕਰਨਾ, ਫੌਰਨ ਉਸ ਨੂੰ ਦੱਸਣਾ ਕਿ ਫਲਾਣੀ ਚੀਜ਼ ਖਾ, ਇਸ ਵਕਤ ਫਲਾਣੀ ਚੀਜ਼ ਖਾ। ਉਹਨਾਂ ਨੇ ਇਲਾਜ ਕਰਨਾ। ਕਿਉਂ ਕਰਦੇ ਸੀ? ਉਹਨਾਂ ਨੂੰ ਆਪਣਾ ਪਤਾ ਸੀ, ਆਪੇ ਉਹਨਾਂ ਸਭ ਕੁਝ ਕੀਤਾ ਸੀ। ਆਪ ਆਪਣੀਆਂ ਹਿਸਟਰੀਆਂ ਦੱਸਦੇ ਹੁੰਦੇ ਸੀ ਕਿ ਜਦੋਂ ਅਸੀਂ ਭਜਨ ਕਰਨ ਲੱਗੇ ਤੇ ਸਾਨੂੰ ਖਾਣਾ ਨਾ ਪਚੇ, ਖਾਣਾ ਨਾ ਪਚੇ, ਫਿਰ ਅਸੀਂ ਮਹਾਰਾਜ ਬਾਬਾ ਸੌਣ ਸਿੰਘ ਅੱਗੇ ਅਰਜ਼ ਕੀਤੀ ਕਿ ਖਾਣਾ ਪਚਦਾ ਨਹੀਂ। ਮਹਾਰਾਜ ਕਹਿਣ ਲੱਗੇ ਕਿ ਘਿਓ ਕਿਤਨਾ ਖਾਂਦਾ ਹੈ? ਕਹਿਣ ਲੱਗੇ ਜੀ ਕੋਈ ਮਹੀਨੇ ਦਾ ਇੱਕ ਛੜਾਕੀ ਮਸੋ ਖਾਂਦਾ ਮੈਂ। ਕਹਿੰਦੇ ਨਹੀਂ, ਹੁਣ 3 ਛੜਾਕੀਆਂ ਰੋਜ਼ ਦਾ ਖਾਣਾ ਪੈਣਾ ਹੈ, 3 ਛੜਾਕੀਆਂ ਰੋਜ਼ ਦਾ ਖਾ, ਫਿਰ ਜਾ ਕੇ ਖਾਣਾ ਪਚੇਗਾ। ਅੰਦਰ ਮਸ਼ੀਨਰੀ ਜਿਹੜੀ ਹੈ ਉਹ ਜ਼ਿਆਦਾ ਚੱਲ ਰਹੀ ਹੈ। ਜਿੰਨੀ ਮਸ਼ੀਨਰੀ ਚੱਲੇ ਇੰਨੇ ਉਹਨੂੰ ਤੇਲ ਪਾਣੀ ਚਾਹੀਦਾ। ਜੇ ਮਸ਼ੀਨਰੀ ਚਲੇ ਜਾਦੇ ਤੇ ਉਹਦੇ ਤੇਲ ਗਰੀਸ ਘੱਟ ਹੋਵੇ ਤੇ ਉਹਨੇ ਘਸਣਾ ਹੀ ਘਸਣਾ ਹੈ। ਕਿਉਂਕਿ ਅੰਦਰ ਅੱਗੇ ਸ਼ਬਦ ਦੀ ਲੱਜਤ ਆ ਰਹੀ, ਸ਼ਬਦ ਜਿਹੜਾ ਦੜਾ ਦੜ ਆਉਂਦਾ ਸੀ, ਕਹਿ 3 ਛੜਾਕਾਂ ਖਾਣ। ਉਹਨਾਂ ਨੂੰ ਪਤਾ ਸੀ ਸਾਰਾ। ਜਦ ਵੀ ਕਿਸੇ ਵੀ ਉਹਨਾਂ ਦਾ ਪ੍ਰੇਮੀ ਕੋਈ ਹੇਰ ਫੇਰ ਹੁੰਦਾ ਸੀ ਤੇ ਫੌਰਨ ਉਹਦਾ ਇਲਾਜ ਕਰਦੇ ਸੀ ਕਿ ਆਹ ਚੀਜ਼ ਤੈਨੂੰ ਦੇਣੀ, ਕੱਚੀ ਸਬਜ਼ੀ ਖਾਓ, ਤੇਲ ਪੀਓ, ਹੈ ਜੀ, ਔਰ ਕਈ ਚੀਜ਼ਾਂ ਦੱਸਣੀਆਂ, ਲੱਸੀ ਪੀਓ, ਕੱਚੀ ਲੱਸੀ ਪੀਓ, ਵਪਾਕੀ ਪੀਓ, ਕਈ ਚੀਜ਼ਾਂ ਉਹਨਾਂ ਨੇ ਵਕਤ ਦੇ ਮੁਤਾਬਕ ਦੱਸਣੀਆਂ। ਭਾਈ ਜਿਸ ਨੇ ਕੀਤਾ ਹੀ ਕੱਖ ਨਹੀਂ ਉਹ ਸਾਨੂੰ ਕੀ ਦੱਸੇਗਾ? ਸੱਚੀ ਭਗਤੀ ਸਤਿਗੁਰ ਤੇ ਹੋਵੇ, ਜਿਸ ਨੇ ਦਿਨ ਰਾਤ ਭਗਤੀ ਕੀਤੀ ਹੈ ਔਰ ਆਪਣੇ ਸਤ ਰੱਖਿਆ, ਇਸ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਛੁਟਕਾਰਾ ਕਰਾਇਆ ਔਰ ਅੰਦਰ ਉਹ ਸਤ ਵਸਤੂ ਆ ਗਈ। ਸੱਚੀ ਭਗਤੀ ਉੱਥੇ ਹੋਏਗੀ, ਉਹਦੇ ਜ਼ਰੀਏ ਹੋਏਗੀ, ਉਹਦੀ ਸਪੋਰਟ ਨਾਲ ਹੋਏਗੀ, ਇਹਦਾ ਨਹੀਂ ਹੋਏਗੀ। ਇਸ ਤਰ੍ਹਾਂ ਅਸੀਂ ਭਾਵੇਂ 100 ਸਾਲ ਅੱਖਾਂ ਮੀਟਦੇ ਰਹੀਏ, ਸਾਡਾ ਕੱਖ ਨਹੀਂ ਬਣੇਗਾ। ਜਦ ਤੱਕ ਮੁਰਸ਼ਿਦ ਕਾਬਲ ਨਹੀਂ ਔਰ ਮੁਰਸ਼ਿਦ ਨੇ ਭਗਤੀ ਨਹੀਂ ਕੀਤੀ, ਇਹਨੇ ਚਿਰ ਅਸੀਂ ਜੋ ਮਰਜ਼ੀ ਕਰਦੇ ਰਹੀਏ, ਉਹ ਸੱਚੀ ਭਗਤੀ ਨਹੀਂ ਬਣੇਗੀ। ਦਿਖਲਾਵਾ ਲੋਕਾਂ ਨੂੰ ਦੱਸਣ ਵਾਸਤੇ ਬਣ ਜਾਏਗਾ, ਲੇਕਿਨ ਮੁਕਤੀ ਨਹੀਂ ਹੋਏਗੀ, ਅੰਦਰ ਉਹ ਸ਼ਬਦ ਨਹੀਂ ਆਏਗਾ। ਜੋ ਕੁਝ ਗੁਰੂ ਸਾਹਿਬ ਜੀ ਬਾਣੀ 'ਚ ਫਰਮਾ ਰਹੇ ਹੈ, ਇਹ ਠੀਕ ਫਰਮਾ ਰਹੇ। ਹਾਂਜੀ, ਸੱਚ ਭਗਤੀ ਸਤਿਗੁਰ ਤੇ ਸੱਚੀ ਹਿਰਦੈ ਬਾਣੀ। ਸਤਿਗੁਰ ਸੇਵੈ ਸਦਾ ਸੁਖ ਪਾਏ, ਹਉ ਮੈਂ ਸ਼ਬਦ ਸਮਾਣੀ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਸਤਿਗੁਰ ਤੇ ਸਦਾ ਸੁਖ ਪਾਏ। ਭੂਮੇ ਸਾਡੇ ਅੰਦਰ ਇੱਕ ਬਹੁਤ ਬੜੀ ਬਿਮਾਰੀ ਹੈ, ਜਿਸ ਬਿਮਾਰੀ ਦਾ ਕੋਈ ਹੋਰ ਇਲਾਜ ਨਹੀਂ। ਇਹ ਇਲਾਜ ਤੋਂ ਹੈ ਸਤਿਗੁਰ ਪਾਸ ਹੈ। ਹਉਮੈ ਮਮਤਾ ਸ਼ਬਦ ਜਲਾਈ। ਸਾਡੇ ਅੰਦਰ ਜਿਹੜੀ ਹਉਮੈ ਮਮਤਾ ਹੈ, ਇਹ ਕਿਸੇ ਤਰੀਕੇ ਨਾਲ ਖਤਮ ਨਹੀਂ ਹੋ ਸਕਦੀ। ਜੋ ਮਰਜ਼ੀ ਅਸੀਂ ਦਾਨ ਪੁੰਨ ਕਰੀਏ, ਇਸ਼ਨਾਨ ਕਰੀਏ, ਯੋਗ ਅਭਿਆਸ ਕਰੀਏ, ਜੋ ਮਰਜ਼ੀ ਕਰੀਏ, ਇਹ ਕਿਸੇ ਤਰੀਕੇ ਨਾਲ ਖਤਮ ਨਹੀਂ ਹੋ ਸਕਦੀ। ਸਿਰਫ ਇੱਕੋ ਦਵਾਈ ਹੈ, ਸ਼ਬਦ। ਸ਼ਬਦ ਲਫ਼ਜ਼ ਨਹੀਂ, ਸ਼ਬਦ ਇੱਕ ਪਾਵਰ ਹੈ, ਤਾਕਤ ਹੈ। ਉਸ ਸ਼ਬਦ ਦੇ ਨਾਲ ਹਉਮੈ ਤੇ ਮਮਤਾ ਜਿਹੜੀ ਹੈ ਇਹ ਖਤਮ ਹੁੰਦੀ ਹੈ। ਔਰ ਜਦ ਹਉਮੈ ਖਤਮ ਹੋ ਗਈ, ਸਦਾ ਦਾ ਸੁਖੀਆ ਬਣ ਗਿਆ। ਸਾਨੂੰ ਹਉਮੈ ਹੀ ਸਾਰੀ ਦੁਨੀਆ ਨੂੰ ਖਰਾਬ ਕਰ ਰਹੀ ਹੈ। ਪਰ ਮੁਰਸ਼ਿਦ ਦੇ ਜ਼ਰੀਏ, ਜਦ ਤੱਕ ਇਹ ਮੁਰਸ਼ਿਦ ਕੋਈ ਕਾਬਲ ਨਹੀਂ ਹੋਏਗਾ, ਜਿਸ ਨੇ ਆਪਣੀ ਹਉਮੈ ਤੇ ਮਮਤਾ ਨੂੰ ਖਤਮ ਕੀਤਾ ਹੈ, ਉਹ ਸਾਡੀ ਨੂੰ ਕਰ ਸਕੇਗਾ। ਉਹ ਸਾਨੂੰ ਪੂਰੀ ਯੁਕਤੀ ਦੇਗਾ, ਉਹ ਸਾਡੀ ਪੂਰੀ ਮਦਦ ਕਰੇਗਾ। ਜਿਸ ਨੇ ਆਪ ਨਹੀਂ ਕੀਤਾ,
ਉਹ ਸਾਡੀ ਮਦਦ ਨਹੀਂ ਕਰ ਸਕਦਾ, ਨਾ ਹੀ ਉਹ ਸਾਡੇ ਅੰਦਰੋਂ ਉਮੇ ਤੇ ਮਮਤਾ ਨੂੰ ਖਤਮ ਕਰ ਸਕਦਾ ਹੈ। ਹਾਂਜੀ। ਸਤਿਗੁਰ ਸੇਵੈ ਸਦਾ ਸੁਖ ਪਾਏ। ਸਦਾ ਦਾ ਸੁਖ ਤੁਸੀਂ ਕਿਸੇ ਚੀਜ਼ ਨਾਲ ਨਹੀਂ ਲੈ ਸਕਦੇ। ਸਦਾ ਦਾ ਸੁਖ ਸਾਡਾ ਸਰੀਰ ਵੀ ਨਹੀਂ ਦੇ ਸਕਦਾ। ਸਦਾ ਦਾ ਸੁਖ ਸਾਨੂੰ ਮਾਇਆ ਨਹੀਂ ਦੇ ਸਕਦੀ। ਸਦਾ ਦਾ ਸੁਖ ਪਰਿਵਾਰ ਨਹੀਂ ਦੇ ਸਕਦਾ। ਸਦਾ ਵਾਸਤੇ ਸੁਖ ਸਾਨੂੰ ਹਕੂਮਤ ਨਹੀਂ ਦੇ ਸਕਦੀ। ਮਾਣ ਵਡਿਆਈ ਦੁਨੀਆ ਦੀ ਨਹੀਂ ਦੇ ਸਕਦੀ। ਸਦਾ ਦੱਸਿਆ ਹੈ, ਸਦਾ ਦਾ ਸੁਖ ਕਿੱਥੋਂ ਮਿਲੇਗਾ? ਮੁਰਸ਼ਿਦ ਪਾਸੋਂ ਮਿਲੇਗਾ। ਜਿਹੜਾ ਨਾਮ ਜਪੇਗਾ ਉਹ ਸੁਖ ਲੈ ਲਏਗਾ। ਸਹਿਜੋ ਬਾਈ ਔਰਤ ਹੋਈ ਇੱਕ ਬਹੁਤ ਬੜੇ ਮਹਾਂਪੁਰਖ ਹੋਏ ਹੈ ਤੇ ਬੜੀ ਉਹਨਾਂ ਨਾਮ ਦੀ ਕਮਾਈ ਕੀਤੀ ਹੈ। ਉਸ ਨੇ ਵੀ ਦੁਨੀਆ ਦਾ ਜਾਇਜ਼ਾ ਲਿਆ ਕਿ ਕਿਆ ਇਹ ਦੁਨੀਆ ਸੁਖੀ ਹੈ। ਮਹਾਂਪੁਰਖ ਹਮੇਸ਼ਾ ਹੀ ਦੁਨੀਆ ਨੂੰ ਦੇਖਦੇ ਹੈ, ਜਦ ਵੀ ਦੁਨੀਆ ਤੇ ਆਉਂਦੇ ਆ ਦੇਖਦੇ ਕਿਆ ਇਹ ਸੁਖੀ ਹੈ ਨਾ ਦੁਖੀ ਹੈ। ਸਹਿਜੋ ਬਾਈ ਨੇ ਜਦ ਦੇਖਿਆ ਕਿ ਜਿਹੜੇ ਬੜੇ ਬੜੇ ਧਨਾਟ ਅਰਬਾਂਪਤੀ ਲੋਕ ਨੇ, ਕਿਆ ਇਹ ਸੁਖੀ ਨੇ? ਜਦ ਉਹਨਾਂ ਨੂੰ ਦੇਖਿਆ ਉਹ ਵੀ ਦੁਖੀ ਨਜ਼ਰ ਆਏ। ਜੋ ਵਿਚਲਾ ਮੇਲ ਸੀ ਉਹਨਾਂ ਨੂੰ ਦੇਖਿਆ ਤਾਂ ਉਹ ਵੀ ਦੁਖੀ ਨਜ਼ਰ ਆਏ। ਤੇ ਜਿਹੜਾ ਸਾਧ ਮੱਧ ਸੀ ਜਦੋਂ ਉਧਰ ਨਜ਼ਰ ਮਾਰੀ ਤੇ ਉਹ ਵੀ ਈਰਖਾ ਦਬੈਤ ਵਿੱਚ ਬਗੈਰ ਸ਼ਬਦ ਦੇ ਬਗੈਰ ਭਜਨ ਦੇ ਈਰਖਾ ਦਬੈਤ ਵਿੱਚ ਸੜ ਰਹੇ। ਉਥੇ ਸਹਿਜੋ ਬਾਈ ਨੇ ਫਰਮਾਇਆ ਹੈ, ਤਨ ਬੈਨਤੇ ਅਤੀ ਦੁਖੀ ਨਿਰਧਨ ਦੁੱਖ ਕਾ ਰੂਪ, ਸਾਧ ਸੁਖੀ ਸਹਿਜੋ ਕੇ ਪਾਇਆ ਭੇਦ ਅਨੂਪ। ਉਹਨਾਂ ਨੇ ਦੱਸਿਆ ਹੈ ਕਿ ਤਨ ਬੈਨਤੇ ਜਿਹੜੇ ਹੈ ਉਹ ਵੀ ਦੁਖੀ ਨੇ, ਨਿਰਧਨ ਜਿਹੜੇ ਉਹ ਵੀ ਦੁਖੀ ਨੇ। ਕੌਣ ਸੁਖੀਆ? ਇੱਕ ਸਾਧੂ ਸੁਖੀਆ ਜਿਸ ਨੇ ਪਰਮਾਤਮਾ ਦਾ ਭੇਦ ਪਾ ਲਿਆ, ਜਿਸ ਨੇ ਉਸ ਈਸ਼ਵਰ ਦਾ ਭੇਦ ਪਾ ਲਿਆ, ਉਹ ਸੁਖੀਆ ਹੈ। ਬਾਕੀ ਸਭ ਦੁੱਖ ਹੀ ਦੁੱਖ ਹੈ। ਹਾਂਜੀ। ਸਤਿਗੁਰ ਸੇਵੈ ਸਦਾ ਸੁਖ ਪਾਏ। ਹਮੈ ਸ਼ਬਦ ਸਮਾਣੀ, ਬਿਨ ਗੁਰ ਸਾਚੇ ਭਗਤਿ ਨਾ ਹੋਵੀ, ਹੋਰ ਭੁੱਲੀ ਫਿਰੈ ਆਣੀ। ਗੁਰੂ ਸਾਹਿਬ ਜੀ ਆਪਣੇ ਤਜਰਬੇ ਬਿਆਨ ਕਰ ਰਹੇ ਹੈ, ਕਿਉਂਕਿ ਉਹਨਾਂ ਨੇ ਦੁਨੀਆ ਦੇ ਵਿੱਚ ਰਲੇ ਮਿਲੇ ਕੰਮ ਕੀਤੇ, ਦੁਨੀਆ ਦੇ ਨਾਲ ਮਿਲਦੇ ਕੰਮ ਕੀਤੇ, ਲੇਕਿਨ ਸੁਖ ਨਹੀਂ ਮਿਲਿਆ। ਗੁਰੂ ਸਾਹਿਬ ਜੀ ਜੋ ਬਾਣੀ 'ਚ ਫਰਮਾ ਰਹੇ ਠੀਕ ਫਰਮਾ ਰਹੇ ਹੈ ਕਿ ਸਤਿਗੁਰ ਦੇ ਪਾਸੋਂ ਭਾਈ ਸੁਖ ਮਿਲ ਸਕਦਾ ਹੈ, ਉਹਨਾਂ ਦੇ ਪਾਸੋਂ ਤਾਕਤ ਮਿਲ ਸਕਦੀ ਹੈ, ਔਰ ਭੁੱਲੀ ਫਿਰੇ ਅਣਜਾਣੇ। ਬਾਕੀ ਦੁਨੀਆ ਸਾਰੀ ਬੱਚਿਆਂ ਦੀ ਖੇਡ ਕਰ ਰਹੇ ਹੈ, ਬੱਚਿਆਂ ਦੀ ਤਰ੍ਹਾਂ ਭੁੱਲ ਰਹੇ ਹੈ। ਜਿਸ ਤਰ੍ਹਾਂ ਬੱਚੇ ਸਾਰੇ ਦਿਨ ਰਸਤਿਆਂ ਦੇ ਵਿੱਚ ਮਿੱਟੀ ਦੇ ਕੋਠੇ ਬਣਾਉਂਦੇ ਰਹਿੰਦੇ ਹੈ, ਸ਼ਾਮ ਪੈਂਦੀ ਤੇ ਇੱਕ ਦੂਜੇ ਦਾ ਢਾਹ ਜਾਂਦਾ, ਦੂਜਾ ਦੂਜੇ ਦਾ ਢਾਹ ਜਾਂਦਾ, ਸਾਰੀ ਦਿਨ ਉਹਨਾਂ ਦਾ ਜਾਇਆ ਜਾਂਦਾ। ਇਸੇ ਤਰ੍ਹਾਂ ਸਾਡੀ ਕਮਾਈ ਜਿਹੜੀ ਹੈ, ਸਾਰੀ ਜ਼ਿੰਦਗੀ ਦੀ ਕਮਾਈ ਫੇਲ ਹੋ ਜਾਂਦੀ ਹੈ ਜਦੋਂ ਮੁਰਸ਼ਿਦ ਕਾਬਲ ਨਹੀਂ, ਮੁਰਸ਼ਿਦ ਦਾ ਹੁਕਮ ਨਹੀਂ ਮੰਨਿਆ, ਅਸੀਂ ਕਮਾਈ ਨਹੀਂ ਕੀਤੀ ਤਾਂ ਸਾਡਾ ਕੀਤਾ ਕਰਾਇਆ ਸਾਰਾ ਫੇਲ ਹੋ ਗਿਆ। ਮੁਰਸ਼ਿਦ ਕਾਬਲ ਹੋਵੇ ਔਰ ਮੁਰਸ਼ਿਦ ਦੇ ਕਹਿਣੇ ਤੇ ਚਲੇ, ਜੋ ਮੁਰਸ਼ਿਦ ਕਹੇ ਉਹਨਾਂ ਦੇ ਕਹਿਣੇ ਮੁਤਾਬਕ ਚਲੇ, ਮਿਹਨਤ ਕਰੇ, ਫਿਰ ਉਹ ਕਮਾਈ ਸਫਲ ਹੁੰਦੀ ਹੈ, ਫਿਰ ਉਸ ਦਾ ਫਾਇਦਾ ਮਿਲਦਾ ਹੈ। ਅਗਰ ਅਸੀਂ ਮੁਰਸ਼ਿਦ ਦੇ ਕਹਿਣੇ ਮੁਤਾਬਕ ਚੱਲਦੇ ਨਹੀਂ ਤਾਂ ਸਾਡੀ ਕਮਾਈ ਕੁਛ ਨਹੀਂ। ਜਦੋਂ ਮੁਰਸ਼ਿਦ ਸਾਡਾ ਖੁਸ਼ੀ ਨਹੀਂ ਤੇ ਅਸੀਂ ਖੁਸ਼ ਕਰਨਾ ਕਿਹਨੂੰ ਹੈ? ਕਮਾਈ ਕਰਨੀ ਕਿਹਦੇ ਵਾਸਤੇ ਹੈ? स्वामी जी महाराज बाणी जी फरमाया, गुर राजी तो करता राजी, काल कर्म की चले ना बाजी। स्वामी जी महाराज फरमाते, अगर सतगुर राजी है तो करता भी राजी है, जे सतगुर राजी नहीं तो करता भी राजी नहीं। जो मर्जी असी कर लईए, की करेगा? करता किदां राजी होएगा? जदों उहदे भेजे हुए दूत, उहदे भेजे हुए बंदे असी उन्हां नाल प्यार नहीं करते, उन्हां दा हुक्म नहीं मनते, तो करता किदां राजी हो जाएगा?
ਇੱਥੇ ਤੁਸੀਂ ਦੁਨੀਆ ਦੀ ਮਿਸਾਲ ਲੈ ਲਓ। ਤੁਸੀਂ ਕਿਸੇ ਦੇ ਘਰ ਪ੍ਰਾਹੁਣੇ ਜਾਂਦੇ ਹੋ ਤੇ ਕੋਈ ਨਾ ਕੋਈ ਚੀਜ਼ ਤੁਸੀਂ ਲੈਂਦੇ ਹੋ ਉਹਨਾਂ ਦੇ ਬੱਚਿਆਂ ਨੂੰ ਖੁਸ਼ ਕਰਨ ਵਾਸਤੇ, ਬੱਚਿਆਂ ਵਾਸਤੇ ਲੈਂਦੇ ਹੋ ਤੇ ਖੁਸ਼ ਕਿਹਨਾਂ ਕਰਦੇ ਹੋ? ਉਹਦੇ ਮਾਂ ਪਿਓ ਨੂੰ। ਅਸੀਂ ਬੱਚਿਆਂ ਨੂੰ ਚੀਜ਼ ਦਿਆਂਗੇ ਤੇ ਉਹਦੇ ਮਾਤਾ ਪਿਤਾ ਸਾਡੇ ਤੇ ਖੁਸ਼ ਹੋਣਗੇ। ਜੇ ਅਸੀਂ ਨਹੀਂ ਕੋਈ ਚੀਜ਼ ਲੈਂਦੇ, ਕਿਸੇ ਦੇ ਬੱਚੇ ਨੂੰ ਘਰ ਜਾ ਕੇ ਤੁਸੀਂ ਉਹਦੇ ਚਪੇੜ ਮਾਰੋ, ਫਿਰ ਤੁਸੀਂ ਪਰੌਂਠੇ ਖਾ ਕੇ ਆਓਗੇ। ਜੇ ਤੁਸੀਂ ਉਹਨਾਂ ਦੇ ਬੱਚਿਆਂ ਨਾਲ ਪਿਆਰ ਕਰੋਗੇ ਤਾਂ ਉਹਦੇ ਮਾਂ ਪਿਓ ਤੁਹਾਡੇ ਨਾਲ ਪਿਆਰ ਕਰਨਗੇ। ਹਜ਼ੂਰ ਮਹਾਰਾਜ ਬਾਬਾ ਸੋਹਣ ਸਿੰਘ ਦੇ ਵਕਤ ਉਹਨਾਂ ਇੱਕ ਨਿਕਟ ਭਗਤੀ ਬੜਾ ਪ੍ਰੇਮੀ ਸੀ ਸਿੱਖ, ਉਸ ਨੂੰ ਪੁੱਛਿਆ ਕਿ ਤੇਰਾ ਪਿਆਰ ਜਿਹੜਾ ਹੈ ਉਹ ਚੰਗਾ ਪਿਆਰ ਕਿਹਦੇ ਨਾਲ? ਆਪਣੇ ਵੱਲੋਂ ਉਸਨੇ ਬੜਾ ਹੁਸ਼ਿਆਰੀ ਨਾਲ ਤੇ ਬੜਾ ਤਰੀਕੇ ਦੱਸਿਆ, ਜੀ ਮੇਰਾ ਤੁਹਾਡੇ ਨਾਲ ਬੜਾ ਪਿਆਰ ਹੈ। ਮਹਾਰਾਜ ਕਹਿੰਦੇ ਫੇਰ ਸੋਚ ਲੈ, ਜੀ ਮੇਰਾ ਪਿਆਰ ਤੁਹਾਡੇ ਨਾਲ। ਮਹਾਰਾਜ ਕਹਿੰਦੇ ਤੀਸਰੀ ਵਾਰੀ ਆ ਫੇਰ ਸੋਚ ਲੈ, ਜੀ ਮੇਰਾ ਤੁਹਾਡੇ ਨਾਲ ਪਿਆਰ ਹੈ। ਮਹਾਰਾਜ ਕਹਿੰਦੇ 15 ਦਿਨ ਇਹਨੂੰ ਸਜ਼ਾ ਦਿਓ, ਸਤਸੰਗ ਜੀ ਨਾ ਵੜਨ ਦਿਓ। ਮੇਰੀ ਜਨਤਾ ਨਾਲ, ਮੇਰੇ ਪਰਿਵਾਰ ਨਾਲ, ਮੇਰੀ ਸੰਗਤ ਨਾਲ ਤੇਰਾ ਪਿਆਰ ਨਹੀਂ ਤੇ ਮੇਰੇ ਨਾਲ ਕਾਹਦਾ ਪਿਆਰ ਤੇਰਾ? ਜੇ ਮੇਰੀ ਸੰਗਤ, ਮੇਰੇ ਧੀਆਂ ਪੁੱਤਰਾਂ ਨਾਲ ਪਿਆਰ ਨਹੀਂ ਤੇ ਮੇਰੇ ਨਾਲ ਕਾਹਦਾ ਪਿਆਰ ਹੈ ਤੇਰਾ? 15 ਦਿਨ ਦੀ ਸਜ਼ਾ ਦਿਓ ਇਸਨੂੰ, 15 ਦਿਨ ਸਤਸੰਗ ਵਿੱਚ ਨਹੀਂ ਵੜਨ ਦਿਓ। ਦੇਖੋ ਇੱਕ ਦਿਨ ਦੀ ਸਜ਼ਾ ਵੀ ਸਤਸੰਗ ਦੀ ਕਿੱਡੀ ਵੱਡੀ ਹੁੰਦੀ ਹੈ ਤੇ 15 ਦਿਨ ਦੀ ਕਿੰਨੀ ਹੁੰਦੀ ਹੈ। ਸੰਤ ਇਮਤਿਹਾਨ ਲੈਂਦੇ ਹੈ, ਹਰ ਇੱਕ ਫਕੀਰ ਨੇ ਇਮਤਿਹਾਨ ਲਿਆ ਹੈ। ਸਾਨੂੰ ਹਮੇਸ਼ਾ ਵਾਸਤੇ ਆਪਣੀ ਅਕਲ ਨੂੰ ਛੱਡ ਕੇ ਤੇ ਮੁਰਸ਼ਦ ਦੀ ਅਕਲ ਨੂੰ ਹੀ ਮੰਨਣਾ ਚਾਹੀਦਾ। ਆਪਣੀ ਅਕਲ ਛੱਡ ਹੀ ਦੇਣੀ ਚਾਹੀਦੀ ਹੈ। ਜਿਤਨੇ ਫਕੀਰਾਂ ਨੇ ਫਾਇਦਾ ਲਿਆ ਉਹਨਾਂ ਆਪਣੀ ਅਕਲ ਨੂੰ ਛੱਡ ਦਿੱਤਾ ਔਰ ਮੁਰਸ਼ਦ ਦੀ ਅਕਲ ਮੰਨੀ। ਜੋ ਵੀ ਉਹਨਾਂ ਨੇ ਕੰਮ ਦੱਸਿਆ ਸੋ ਕੀਤਾ, ਚਾਹੇ ਉਸ ਨੂੰ ਨਾਜਾਇਜ਼ ਸਮਝੋ ਚਾਹੇ ਜਾਇਜ਼ ਸਮਝੋ। ਜੋ ਉਹਨਾਂ ਨੇ ਕੰਮ ਦੱਸਿਆ ਸੋ ਉਹਨਾਂ ਸਿੱਖਾਂ ਕੀਤਾ ਔਰ ਉਹ ਪਾਸ ਹੋ ਗਏ। ਜਦੋਂ ਮੁਰਦਾ ਖਾਣ ਵਾਸਤੇ ਕਿਹਾ ਸੀ ਸਾਰਿਆਂ ਨੂੰ, ਗੁਰੂ ਸਾਹਿਬ ਨੇ ਸਾਰੇ ਸਿੱਖਾਂ ਨੂੰ ਇਹ ਮੁਰਦਾ ਪਿਆ ਖਾਓ ਤੇ ਸਾਰੇ ਭੱਜ ਗਏ। ਇੱਕ ਗੁਰੂ ਅੰਗਦ ਦੇਵ ਜੀ ਖੜੇ ਰਹੇ ਤੇ ਪੁੱਛਿਆ, ਮਹਾਰਾਜ ਮੈਂ ਕਿੱਧਰੋਂ ਖਾਵਾਂ? ਪਤਾ ਨਹੀਂ ਤੁਸੀਂ ਕਿੱਧਰੋਂ ਖੁਸ਼ ਹੋਣਾ ਹੈ, ਪੈਰਾਂ ਵੱਲੋਂ, ਸਿਰ ਵੱਲੋਂ, ਕਿਹੜੇ ਪਾਸਿਓਂ ਮੈਂ ਖਾਵਾਂ? ਮੈਨੂੰ ਕੀ ਪਤਾ, ਮੈਂ ਜੇ ਤੁਸੀਂ ਪੈਰਾਂ ਵੱਲੋਂ ਖੁਸ਼ ਹੋ ਮੈਂ ਸਿਰ ਵੱਲੋਂ ਖਾਵਾਂਗਾ ਤੇ ਖੁਦ ਕਰਨਾ ਤੇ ਮੈਂ ਤੁਹਾਨੂੰ ਖੁਸ਼ ਹੈ। ਜਦੋਂ ਪਰਦਾ ਪੁੱਟਿਆ ਤੇ 36 ਪਦਾਰਥ ਨਿਕਲੇ, ਪਰ ਜਿਹੜੇ ਭੱਜ ਗਏ ਉਹ ਭੱਜ ਗਏ, ਉਹ ਫੇਰ ਜਨਮਾਂ ਦੇ ਵਿੱਚ ਆਉਣਾ ਪਿਆ ਉਹਨਾਂ ਨੂੰ, ਫੇਲ ਹੋ ਗਏ। ਪਰ ਜਿਸ ਨੇ ਤਨ ਮਨ ਦੀ ਕੁਰਬਾਨੀ ਦਿੱਤੀ ਮੁਰਸ਼ਦ ਨੂੰ, ਉਹਨੇ ਕਿਹਾ ਮੁਰਦਾ ਖਵਾ ਦਿਓ, ਜੋ ਮਰਜ਼ੀ ਖਵਾ ਦਿਓ, ਮੈਨੂੰ ਕੀ ਹੈ, ਮੇਰਾ ਸਰੀਰ ਹੀ ਨਹੀਂ ਹੈ, ਇਹ ਸਰੀਰ ਤੁਹਾਡਾ ਹੈਗਾ, ਜੋ ਮਰਜ਼ੀ ਮੈਨੂੰ ਖਵਾ ਦਿਓ। ਜਦੋਂ ਪਰਦਾ ਪੁੱਟਿਆ ਤੇ 36 ਪਦਾਰਥ ਨਿਕਲੇ। ਗੁਰੂ ਸਾਹਿਬ ਜੀ ਮਹਾਰਾਜ ਤੀਸਰੀ ਪਾਤਸ਼ਾਹੀ ਆਪਣੇ ਤਜਰਬੇ ਬਿਆਨ ਕਰ ਰਹੇ ਹੈ, ਕਿਉਂਕਿ ਉਹਨਾਂ ਨੇ ਦੁਨੀਆ ਦੇ ਨਾਲ ਮਿਲੇ ਚੁਲੇ ਕੰਮ ਕੀਤੇ ਤੇ ਬਣਿਆ ਕੁਛ ਨਹੀਂ। ਜਦ ਮੁਰਸ਼ਦ ਦੇ ਪਾਸ ਆਏ ਤੇ ਮੁਰਸ਼ਦ ਦੇ ਕਹਿਣੇ ਮੁਤਾਬਕ ਕੰਮ ਕੀਤਾ ਤੇ ਫਿਰ ਉਹਨਾਂ ਨੂੰ ਕੁਛ ਮਿਲਿਆ। ਫਿਰ ਉਹਨਾਂ ਨੇ ਸੱਚੀ ਭਗਤੀ ਔਰ ਕੱਚੀ ਭਗਤੀ ਦਾ ਨਿਰਣਾ ਕੀਤਾ। ਸੱਚੀ ਭਗਤੀ ਮੁਰਸ਼ਦ ਤੇ ਹੋਵੇ। ਸੱਚੀ ਭਗਤੀ ਜਿਹੜੀ ਹੈ ਉਹ ਮੁਰਸ਼ਦ ਤੇ ਹੋਏਗੀ, ਲੇਕਿਨ ਮੁਰਸ਼ਦ ਹੋਵੇ ਤਦ, ਮੁਰਸ਼ਦ ਨੇ ਕੁਝ ਕੀਤਾ ਹੋਵੇ ਤਦ। ਜੇ ਮੁਰਸ਼ਦ ਨੇ ਕੀਤਾ ਕੁਝ ਨਹੀਂ ਫਿਰ ਸੱਚੀ ਭਗਤੀ ਨਹੀਂ ਹੋਏਗੀ, ਚਾਹੇ ਉਹ ਮੁਰਸ਼ਦ ਹੋਵੇ ਚਾਹੇ ਆਲਮ ਫਾਜ਼ਲ ਹੋਵੇ, ਜੋ ਮਰਜ਼ੀ ਹੋਵੇ। ਜੇ ਮੁਰਸ਼ਦ ਨੇ ਕੀਤਾ ਹੀ ਕੁਝ ਨਹੀਂ ਫਿਰ ਨਹੀਂ ਹੋਏਗੀ। ਜਿਨ੍ਹਾਂ ਦਾ ਦਰਬਾਰ ਹੈ ਤੁਸੀਂ ਸਾਰੇ ਜਾਣਦੇ ਹੋ ਕਿ 40 ਸਾਲ ਉਹਨਾਂ ਨੇ ਦਿਨ ਰਾਤ ਤਪੱਸਿਆ ਕੀਤੀ, ਔਰ ਤਪੱਸਿਆ ਵੀ ਉਹ ਕੀਤੀ ਕਿ ਜਿਹੜੀ ਦੁਨੀਆ ਦੇ ਵਿੱਚ ਇੱਕ ਨਿਸ਼ਾਨਾ ਕਾਇਮ ਕੀਤਾ, ਔਰ ਪਰਵਾਹ ਨਹੀਂ ਕੀਤੀ ਉਹਨਾਂ ਖਾਣ ਪੀਣ ਦੀ, ਔਰ ਆਪਣੇ ਸਰੀਰ ਦੀ ਪਰਵਾਹ ਨਹੀਂ ਕੀਤੀ ਤੇ ਤਪੱਸਿਆ ਕੀਤੀ। 40 ਸਾਲ
लगातार। ਐਵੇਂ नहीं मुर्शद ਇੱਥੇ ਪਸ਼ੂ ਨੂੰ ਕੋਈ ਥਾਪੀ नहीं ਦਿੰਦਾ। ਤੁਸੀਂ ਸੋਚ ਕਰੋ, ਪਸ਼ੂ ਬੱਧੇ ਹੁੰਦੇ ਐ, ਜਿਸ ਪਸ਼ੂ ਤੇ ਖੁਸ਼ੀ ਹੁੰਦਾ ਮਾਲਕ ਘਰ ਦਾ, ਉਹਦੀ ਸਿਹਤ ਨੂੰ ਦੇਖਦਾ, ਉਹਦੇ ਕੰਮ ਨੂੰ ਦੇਖਦਾ, ਉਹਨੂੰ ਥਾਪੀ ਦਿੰਦਾ ਹੈ। ਨਹੀਂ ਤਾਂ ਪਸ਼ੂ ਨੂੰ ਕੋਈ ਥਾਪੀ ਨਹੀਂ ਦਿੰਦਾ ਵੀ। ਤੇ ਸਤਿਗੁਰ ਸਾਵਣ ਸਿੰਘ ਨੇ ਕਿੱਦਾਂ ਥਾਪੀ ਦਿੱਤੀ ਜਾ ਕੇ? 3 ਦਿਨ ਤੇ 3 ਰਾਤਾਂ ਸਮਾਧੀ ਲੱਗੀ ਰਹੀ, ਮੁਰਦਾ ਬਣੇ ਰਹੇ ਤੇ ਥਾਪੀ ਦਿੱਤੀ, ਖੁਸ਼ ਹੋ ਕੇ ਥਾਪੀ ਦਿੱਤੀ। ਲੱਖ ਖੁਸ਼ੀਆਂ ਪਾਤਸ਼ਾਹੀਆਂ ਇਹ ਗੁਰ ਨਦਰ ਕਰੇ, हिन कार नाम दे मेरा मन तन शीतल करे। कितनी उस वक्त मुर्शद नूं खुशी होएगी। तुसीं ये विचार करो, जब उन्होंने थापी दी है उस वक्त बाबा सोहण सिंह नूं कितनी खुशी आई होएगी। कोई बच्चे नूं थापी दिंदा ते बंदे दे अंदर कितनी खुशी हुंदी है। कोई पशु की पिठ ते हथ फेरदा ते उहदे अंदर कितनी खुशी हुंदी है। तजर्बा करो। पर जदों उन्हें गुरु साहब की पिठ ते थापी दी सी उस वक्त उन्होंने दे अंदर कितनी खुशी होएगी, कितने समुद्रां दीयां लहरां चलदियां होणगियां। अज कोई जिहड़ा उस हस्ती की निंदा करेगा उन्होंने किहड़ा गुरु बख्शेगा? कौन गुरु बख्शेगा? वो नहीं बख्शिया जाएगा, वो बिल्कुल नहीं बख्शिया जाएगा। बाणी सबूत देती है। स्वामी जी महाराज बाणी च फरमाया, निंदिया बुरी जग माही, पापी दी भी करनी नहीं। एक पापी तक भी स्वामी जी महाराज जिन्हों का मिशन ने बनाया, जिन्होंने उन्होंने कहा कि एक पापी भी असी ओदी भी निंदा ना करिए, ते जिहड़ा एक एडी वड्डी हस्ती की कोई निंदा करेगा वो कित्थे जाएगा। दुनिया च दिन कढ़ ले जिन्हें कढ़ने है, बाकी नहीं। बाकी 84 खड़ी है। 84 के कुत्ते बिल्ले कीड़े मकोड़े बनना है, भूत प्रेत बनना है। 84 दे विच जाना पैना सतगुर की निंदा करके। वो कदी बख्शिया नहीं जा सकता। कबीर साहब ने साफ किया है कि असी निंदक के प्रताप नाल पार लंघ गए, साडा निंदक विचे डुब गया। कबीर साहब ने कहा, साडे निंदक ने निंदा की है, साडा बोझ उन्हें चुक लिया है, असी उहदे प्रताप नाल पार चले गए, साडा निंदक विचे डुब गया। इस वास्ते महाराज तीसरी पातशाही जो कुछ बाणी च फरमा रहे ठीक फरमा रहे। हाँ जी। बिन गुर साचे भगत न होवी, और भुली फिरे आनी। गुरु साहब जी फरमा रहे हैं, बिन गुर सच्चे भगत न होवे और भुली फिरे अज्ञानी। ਨਿਆਣਿਆਂ ਦੀ ਤਰ੍ਹਾਂ ਅਸੀਂ ਭੁੱਲਦੇ ਫਿਰਦੇ ਹਾਂ। ਜੋ ਵੀ ਕੰਮ ਕਰਾਂਗੇ ਇਹ ਬੱਚਿਆਂ ਦੀਆਂ ਖੇਡਾਂ। ਬਗੈਰ ਸਤਿਗੁਰ ਦੇ ਭਗਤੀ ਨਹੀਂ ਹੋਏਗੀ। ਪਰ ਜਿਸ ਸਤਿਗੁਰ ਨੇ ਭਗਤੀ ਕੀਤੀ ਹੈ, ਸਤਿਗੁਰ ਤੇ ਅਸੀਂ ਬਥੇਰੇ ਨਾਂ ਰਖਾ ਲੈਨੇ ਆ, ਲੇਕਿਨ ਜਿਸ ਸਤਿਗੁਰ ਨੇ ਭਗਤੀ ਕੀਤੀ ਹੈ ਉਹਦੀ ਸ਼ਰਨ ਲੈ ਲਈਏ, ਉਹਦੇ ਕਹਿਣੇ ਮੁਤਾਬਕ ਚਲੀਏ। ਇੱਥੇ ਜਿਨ੍ਹਾਂ ਦਾ ਦਰਬਾਰ ਹੈ ਅਸੀਂ ਬਾਂਹ ਕੱਢ ਕੇ ਰੌਲਾ ਪਾਉਂਦੇ ਆ, ਮੰਝ ਖੈਰ ਦੀ ਹੈ ਤੇ ਕਿੱਲੇ ਦੇ ਮੁੰਡ ਖੈਰ ਦੀ ਹੈ। ਸਾਡਾ ਕਿੱਲਾ ਬਹੁਤ ਮਜ਼ਬੂਤ ਹੈ। ਸਾਡਾ ਕਿੱਲਾ ਜਿਹੜਾ ਬਹੁਤ ਮਜ਼ਬੂਤ ਹੈ। ਜਿਨ੍ਹਾਂ 40 ਸਾਲ ਤਪੱਸਿਆ ਕੀਤੀ ਹੈ ਦਿਨ ਰਾਤ, ਜਿਨ੍ਹਾਂ ਇਹ ਲਫ਼ਜ਼ ਕਹੇ ਨੇ ਕਿ ਮੈਂ ਅਜੇ ਆਪਣੇ ਜਿਹੜਾ ਬੋਲ ਕਮਾਇਆ ਉਹਨੂੰ ਹੱਥ ਨਹੀਂ ਲਾਇਆ, ਉਹ ਅਜੇ ਖਰਚਿਆ ਨਹੀਂ ਹੈ। ਉਹਨਾਂ ਦੀ ਤਾਕਤ ਨੂੰ ਤੁਸੀਂ ਜਾਣਦੇ ਹੀ ਹੋ। ਕਿਸੇ ਨੇ ਉਹਨੂੰ ਚਿੱਠੀ ਪਾਈ ਗੁਰੂ ਸਾਹਿਬ ਨੂੰ ਕਿ ਤੁਸੀਂ ਲੋਕਾਂ ਨੂੰ ਸ਼ਰਾਪ ਦਿੰਦੇ ਹੋ। ਹਜ਼ੂਰ ਨੇ ਕਿਹਾ ਇਹ ਤੈਨੂੰ ਵਹਿਮ ਹੈ।
ਜੇ ਮੈਂ ਸ਼ਰਾਫ ਦਿਆਂ ਤੇ ਮੈਂ ਕਾਲਾ ਪੀਲਾ ਹੋ ਜਾਵਾਂ, ਮੇਰੇ ਤੇ ਰੰਗ ਨਾ ਰਹੇ। ਮੈਂ ਸ਼ਰਾਬ ਕਿਸੇ ਨੂੰ ਨਹੀਂ ਦਿੰਦਾ। ਜੇ ਮੈਂ ਸ਼ਰਾਬ ਦਿਆਂਗਾ ਮੈਂ ਕਾਲਾ ਪੀਲਾ ਹੋ ਜਾਵਾਂਗਾ, ਮੇਰੇ ਤੇ ਉਹ ਚੀਜ਼ ਨਹੀਂ ਰਹੇਗੀ ਮੇਰੇ ਪਾਸ। ਸ਼ਰਾਬ ਦੇਣ ਵਾਲੇ ਜਿਹੜੇ ਨੇ ਉਹ ਭੂਤ ਪ੍ਰੇਤ ਬਣਦੇ ਆ, ਮਰ ਕੇ ਉਹਨਾਂ ਨੇ ਭੂਤ ਪ੍ਰੇਤ ਬਣਨਾ ਜਿਹਨੇ ਸ਼ਰਾਬ ਦੇਣੇ ਆ ਕਿਸੇ ਨੂੰ, ਜਿਨ੍ਹਾਂ ਸਾਧੂਆਂ ਨੇ। ਕਿਉਂਕਿ ਕਮਾਈ ਖਾਧੀ ਜਾਣੀ ਹੈ, ਸ਼ਰਾਬਾਂ ਦੇ ਨਾਲ ਕਮਾਈ ਖਾਧੀ ਜਾਂਦੀ ਹੈ। ਹੁਣ ਅਸੀਂ ਦਿੱਲੀ ਗਏ ਹਾਂ, ਸ਼ਾਇਦ ਉਹ ਨਹੀਂ ਆਏ, ਮੇਰਾ ਖਿਆਲ ਹੈ ਨਹੀਂ ਆਏ, ਭੁਗਤਣਗੇ ਅਜੇ, ਫੇਰ ਆਉਣਗੇ, ਅਜੇ ਭੁਗਤ ਕੇ ਆਉਣਗੇ। ਲੜਕੀ ਦਾ ਪਿਓ ਮਿਨਿਸਟਰ, ਘਰ ਵਾਲਾ ਥਾਣੇਦਾਰ, ਤੇ ਉਹਦੇ ਵਿੱਚ ਉਹਦਾ ਹੀ ਗੁਰੂ ਬੜਿਆ। 500 ਸਾਲ ਜਣੇ ਗੁਰੂ ਨਾਨਕ ਦੇਵ ਦੇ ਵਕਤ ਦਾ ਉਹ ਗੁਰੂ ਝੂਠਾ ਗੁਰੂ ਬਣਿਆ ਸੀ, ਮਰ ਕੇ ਉਹ ਭੂਤ ਬਣਿਆ। ਉਹ ਲੜਕੀ ਵੀ ਜਨਮ ਲੈਂਦੀ ਰਹੀ ਤੇ ਭੂਤ ਵੀ ਮਗਰ ਲੱਗਾ ਰਿਹਾ। ਉਹ ਲੜਕੀ ਸਿੱਖ ਤੇ ਭੂਤ ਜਿਹੜਾ ਗੁਰੂ, ਉਹਨੇ ਆਪੇ ਦੱਸਿਆ ਹੈਗਾ ਮੈਂ ਇਹਦਾ ਗੁਰੂ ਹੈਗਾ। ਹੁਣ ਉਹ ਰੋਈ ਜਾਵੇ, ਪਿੱਟੀ ਜਾਵੇ, ਆਪਣੇ ਘਰ ਵਾਲੇ ਨੇ ਕਵੇ ਕਿ ਮੇਰੀ ਮੁਕਤੀ ਕਰਾ। ਉਹ ਘਰ ਵਾਲੇ ਨੂੰ ਕੀ ਪਤਾ ਮੁਕਤੀ ਕਿੱਥੇ ਹੁੰਦੀ ਹੈਗੀ ਹੈ। ਉਹ ਕੋਈ ਗਾਜਰ ਮੂਲੀ ਹੈ ਮੁਕਤੀ ਕਿ ਬਾਜ਼ਾਰੋਂ ਖਰੀਦ ਲੈਣੀ ਸੀ। ਹਾਂਜੀ, ਮਨ ਮੁਖ ਫਿਰੇ ਸਦਾ ਦੁਖ ਪਾਏ, ਡੂਬ ਮੁਏ ਬਿਨ ਪਾਣੀ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਮਨਮੁਖ ਸਦਾ ਵਾਸਤੇ ਦੁੱਖ ਪਾਏਗਾ, ਡੂਬ ਮੁਏ ਬਿਨ ਪਾਣੀ। ਜਿਸ ਰਾਮ ਮੈਦਾਨ ਜਣੇ ਮਸਾਲ ਹੈ ਸਿਆਣਿਆਂ ਦੀ ਕਿ ਬੇਈਮਾਨ ਦਾ ਘੋੜਾ ਮੈਦਾਨ 'ਚ ਢਹਿ ਪੈਂਦਾ। ਮੈਦਾਨ ਵਿੱਚ ਟੋਏ ਤੇ ਨਹੀਂ ਕੱਢੇ ਹੁੰਦੇ, ਉਹਦੀ ਬੇਈਮਾਨੀ ਢਾ ਦਿੰਦੀ ਹੈ। ਗੁਰੂ ਸਾਹਿਬ ਜੀ ਫਰਮਾ ਰਹੇ ਹੈ ਕਿ ਬਗੈਰ ਪਾਣੀ ਦੇ ਹੀ ਉਹ ਮਨਮੁਖ ਮਰ ਜਾਏਗਾ, ਡੁੱਬ ਜਾਏਗਾ, ਉਹਦੇ ਪਾਣੀ ਦੀ ਵੀ ਲੋੜ ਨਹੀਂ। ਹਾਂਜੀ, ਮਨ ਮੁਖ ਫਿਰੇ ਸਦਾ ਦੁਖ ਪਾਏ, ਡੂਬ ਮੁਏ ਬਿਨ ਪਾਣੀ। ਗੁਰੂ ਸਾਹਿਬ ਜੀ ਮਨਮੁਖ ਨੂੰ ਫਰਮਾ ਰਿਹਾ ਕਿ ਸਦਾ ਦੁੱਖ ਪਾਏ। ਸਦਾ ਦੁੱਖ ਉਸਨੇ 84 ਦੇ ਵਿੱਚ ਜਾਣਾ, 84 ਦੇ ਕੁੱਤੇ ਬਿੱਲੇ ਬਣਨਾ, ਕੀੜੇ ਮਕੋੜੇ ਬਣਨਾ, ਭੂਤ ਪ੍ਰੇਤ ਬਣਨਾ, ਸਦਾ ਹੀ ਵਾਸਤੇ ਦੁਖੀ ਰਹਿਣਾ। ਪਰ ਜਦੋਂ ਮਨਮੁਖਤਾ ਕਰਮ ਕਰੇਗਾ, ਜਦੋਂ ਸਤਿਗੁਰ ਦਾ ਹੁਕਮ ਨਹੀਂ ਮੰਨੇਗਾ, ਉਸ ਲਈ ਮਨ ਦਾ ਹੁਕਮ ਮੰਨਿਆ ਤਾਂ ਮਨ ਨੇ ਆਪਣੇ ਦੇਸ਼ ਲੈਣਾ ਹੀ ਲੈਣਾ ਹੈ, ਮਨ ਨੇ ਆਪਣਾ ਕੰਮ ਕਰਾਉਣਾ ਹੀ ਕਰਾਉਣਾ ਹੈ। ਹਾਂਜੀ, ਪਾਈ ਰੇ ਸਦਾ ਰੋ ਸ਼ਰਨਾਈ, ਪਾਈ ਰੇ ਸਦਾ ਰੋ ਸ਼ਰਨਾਈ। ਗੁਰੂ ਸਾਹਿਬ ਜੀ ਮਹਾਰਾਜ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਭਾਈ ਰੇ, ਸਾਰਿਆਂ ਨੂੰ ਭਾਈ ਕਹਿ ਰਹੇ ਹੈ। ਦੇਖੋ ਸੰਤਾਂ ਦਾ ਪਿਆਰ ਕਿਤਨਾ ਹੈ, ਸਾਰਿਆਂ ਨੂੰ ਭਾਈ ਕਹਿ ਰਹੇ, ਭਾਈ ਰੇ ਸਦਾ ਰਹੋ ਗੁਰ ਸ਼ਰਨ। ਸਦਾ ਵਾਸਤੇ ਤੂੰ ਸਤਿਗੁਰ ਦੀ ਸ਼ਰਨ ਵਿੱਚ ਰਹੋ ਤੇ ਸਤਿਗੁਰ ਦੇ ਹੁਕਮ ਦੇ ਮੁਤਾਬਕ ਚੱਲ, ਫਿਰ ਤੈਨੂੰ ਕੁਛ ਨਹੀਂ ਹੁੰਦਾ। ਕੋਈ ਹਸਤੀ ਤੇਰੇ ਸਾਹਮਣੇ ਨਹੀਂ ਆ ਸਕਦੀ। ਸ਼ਬਦ ਸੁਣੇ ਸਦੂਰੋਂ ਭਾਗੇ, ਮਤ ਮਾਰੇ ਜੀਓ ਬੇਪਰਵਾਹ। ਤੇਰੇ ਪਾਸ ਜਮਦੂਤ ਵੀ ਨਹੀਂ ਆ ਸਕਦੇ। ਜਦ ਤੇਰੇ ਪਾਸ ਸ਼ਬਦ ਹੋਏਗਾ, ਜਮਦੂਤ ਵੀ ਤੇਰੇ ਪਾਸ ਨਹੀਂ ਆ ਸਕਦੇ। ਗੁਰੂ ਸਾਹਿਬ ਜੀ ਜੋ ਬਾਣੀ 'ਚ ਫਰਮਾ ਰਹੇ, ਠੀਕ ਫਰਮਾ ਰਹੇ ਹੈ। ਅਸੀਂ ਰੋਜ਼ ਬਾਣੀਆਂ ਪੜ੍ਹਦੇ ਹਾਂ, ਪਤਾ ਨਹੀਂ ਕਿਹੜੀ ਬਾਣੀ ਪੜ੍ਹਦੇ ਹਾਂ, ਸਾਨੂੰ ਅਸਰ ਕਿਉਂ ਨਹੀਂ ਬਾਣੀ ਕਰਦੀ। ਬਾਣੀ ਦੇ ਵਿੱਚ ਸਭ ਕੁਝ ਲਿਖਿਆ ਹੈ, ਜੋ ਕੁਝ ਵੀ ਬਾਣੀ ਦੇ ਵਿੱਚ ਲਿਖਿਆ ਉਹਨਾਂ ਸਾਡੇ ਫਾਇਦੇ ਵਾਸਤੇ ਲਿਖਿਆ। ਸਾਨੂੰ ਨੁਕਸਾਨ ਵੀ ਦੱਸਿਆ ਹੈ, ਫਾਇਦਾ ਵੀ ਦੱਸਿਆ ਹੈ। ਤੇਰਾ ਇਸ ਤਰੀਕੇ ਨਾਲ ਨੁਕਸਾਨ ਹੋਏਗਾ, ਇਸ ਤਰੀਕੇ ਨਾਲ ਤੈਨੂੰ ਫਾਇਦਾ ਹੋਏਗਾ। ਜਿਹਨਾਂ ਸੰਤਾਂ ਮਹਾਂਪੁਰਖਾਂ ਨੇ ਬਾਣੀ ਲਿਖੀ ਹੈ, ਉਹਨਾਂ ਕਮਾਈ ਕੀਤੀ ਹੈ, ਦਿਨ ਰਾਤ ਮਿਹਨਤ ਕੀਤੀ ਹੈ, ਦਿਨ ਰਾਤ ਮਿਹਨਤ ਕਰਕੇ ਲਿਖਿਆ ਸਾਡੇ ਵਾਸਤੇ। ਉਹਨਾਂ ਇੱਕ ਰਾਹ ਰਸਤਾ ਬਣਾਇਆ, ਸਾਨੂੰ ਇੱਕ ਸਿੱਖਿਆ ਦਿੱਤੀ ਹੈ
ਅਗਰ ਅਸੀਂ ਉਹਨਾਂ ਦੀ ਸਿੱਖਿਆ ਦੇ ਨਾ ਚੱਲਾਂਗੇ ਸਾਡਾ ਕੀ ਬਣੇਗਾ? ਕੀ ਕਰਾਂਗੇ ਅਸੀਂ? ਕਿੱਥੇ ਜਾਵਾਂਗੇ ਅਸੀਂ? ਉਹਨਾਂ ਮਹਾਂਪੁਰਖਾਂ ਨੂੰ ਸਾਡਾ ਦਰਦ ਹੈ, ਉਹ ਦਰਦ ਕਰਕੇ ਸਾਨੂੰ ਕਹਿੰਦੇ ਹੈ। ਉਹਨਾਂ ਨੂੰ ਪਤਾ ਹੈ ਸਾਡੇ ਜੀਵਨ ਹੈ ਇਹ ਉਸੇ ਇੱਕੋ ਘਰੋਂ ਅਸੀਂ ਆਏ ਹਾਂ, ਉਸੇ ਮਾਲਕ ਦੇ ਜੀਵਨ ਹੈ। ਉਹ ਜਿਸ ਤਰ੍ਹਾਂ ਵੀ ਹੁੰਦਾ ਮਹਾਂਪੁਰਖ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹੈ। ਇੱਕ ਨਜ਼ਰ ਜੇ ਆਸ਼ਿਕ ਦੇਖੇ ਲੱਖਾਂ ਕਰੋੜਾਂ ਤਾਰੇ ਹੂ, ਹਜ਼ਾਰ ਨਜ਼ਰ ਜੇ ਆਲਮ ਦੇਖੇ ਕੰਦੀ ਭੂਲ ਨਾ ਚੜੇ ਹੂ। ਇੱਕ ਨਜ਼ਰ ਦੇ ਨਾਲ ਆਸ਼ਿਕ ਦੇਖ ਲਵੇ ਤੇ ਲੱਖਾਂ ਕਰੋੜਾਂ ਜੀਵਾਂ ਨੂੰ ਤਾਰਦਾ ਹੈ। ਹਜ਼ਾਰਾਂ ਨਜ਼ਰਾਂ ਦੇ ਨਾਲ ਆਲਮ ਦੇਖੇ ਤੇ ਇੱਕ ਜੀਵ ਨੂੰ ਨਹੀਂ ਕਿਤੇ ਵੀ ਪਹੁੰਚਾ ਸਕਦਾ। ਉਹਨਾਂ ਨੇ ਕਮਾਈ ਕੀਤੀ ਹੁੰਦੀ ਹੈ, ਉਹਦੀ ਉਹਨਾਂ ਦੀ ਨਜ਼ਰ ਬਦਲੀ ਹੁੰਦੀ ਹੈ। ਇਸ ਵਾਸਤੇ ਜੋ ਕੁਝ ਵੀ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਫਰਮਾ ਰਹੇ ਹੈ, ਠੀਕ ਫਰਮਾ ਰਹੇ ਹੈ। ਹਾਂਜੀ, ਪੂਰੇ ਗੁਰ ਤੇ ਆਪ ਪਛਾਤਾ, ਸ਼ਬਦ ਸੱਚ ਵਿਚਾਰ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਪੂਰੇ ਗੁਰ ਤੇ ਆਪ ਪਛਾਨਤਾ। ਸਾਨੂੰ ਆਪਣੇ ਆਪ ਦੀ ਕੋਈ ਪਛਾਣ ਨਹੀਂ, ਆਪਣੇ ਆਪ ਦਾ ਕੋਈ ਪਤਾ ਨਹੀਂ ਕਿ ਅਸੀਂ ਕੌਣ ਹਾਂ, ਅਸੀਂ ਕੀ ਕਰ ਸਕਦੇ ਹਾਂ। ਉਹ ਮੁਰਸ਼ਿਦ ਸਾਨੂੰ ਜਾਣਕਾਰੀ ਦਿੰਦਾ ਹੈ ਕਿ ਤੂੰ ਇੱਕ ਬਹੁਤ ਬੜੀ ਹਸਤੀ ਹੈ, ਤੇਰੇ ਵਿੱਚ 5 ਤੱਤ ਕੁਦਰਤ ਨੇ ਪਾਏ ਹੈ, ਤੈਨੂੰ ਸਾਰੀ ਸੂਝ-ਬੂਝ ਹੈ। ਬਾਕੀ ਇੰਨੀ ਜੂਨਾਂ ਨੂੰ ਕੋਈ ਸੂਝ-ਬੂਝ ਨਹੀਂ। ਤੂੰ ਬਹੁਤ ਕੁਝ ਕਰ ਸਕਦਾ ਹੈ, ਪਰ ਪੂਰੇ ਮੁਰਸ਼ਿਦ ਦੀ ਵਾਕਫੀ ਦੇ ਨਾਲ। ਜਦ ਪੂਰਾ ਮੁਰਸ਼ਿਦ ਮਿਲਦਾ ਹੈ ਫਿਰ ਉਹ ਪਰਦਾ ਖੋਲਦਾ ਹੈ, ਉਹ ਪਰਦਾ ਖੋਲ ਦਿੰਦਾ ਹੈ ਕਿ ਦੇਖ ਤੇਰੇ ਅੰਦਰ ਕੀ ਹੈ, ਤੂੰ ਕੀ ਕੁਝ ਕਰ ਸਕਦਾ ਹੈ। ਜਦ ਤੱਕ ਪੂਰਾ ਮੁਰਸ਼ਿਦ ਮਿਲਦਾ ਨਹੀਂ ਉਹ ਸਾਡਾ ਪਰਦਾ ਖੁੱਲਦਾ ਨਹੀਂ, ਸਾਨੂੰ ਕੁਛ ਨਜ਼ਰ ਨਹੀਂ ਆਉਂਦਾ। ਅੰਨੇ ਦੁਨੀਆ ਤੇ ਆਏ ਔਰ ਅੰਨੇ ਹੀ ਚਲਾ ਗਏ। ਹਾਂਜੀ, ਹਿਰਦੈ ਜਗ ਜੀਵਨ ਸਦ ਵਸਿਆ, ਤਜ ਕਾਮ ਕ੍ਰੋਧ ਅਹੰਕਾਰ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਐ ਪੁਰਸ਼ ਤੇਰੇ ਹਿਰਦੇ ਦੇ ਅੰਦਰ ਉਹ ਜਗ ਜੀਵਨ ਦਾਤਾ ਬਸਦਾ ਹੈ, ਜਿਹੜਾ ਹਮੇਸ਼ਾ ਵਾਸਤੇ ਜਿਉਂਦਾ ਹੈ। ਪਰ ਜਿਹੜੇ ਤੇਰੇ ਅੱਗੇ ਪਰਦੇ ਆਉਂਦੇ ਹੈ ਉਹਨਾਂ ਪਰਦਿਆਂ ਨੂੰ ਦੂਰ ਕਰ। ਜਿਸ ਤਰ੍ਹਾਂ ਸੂਰਜ ਦੇ ਅੱਗੇ ਬੱਦਲ ਆ ਜਾਂਦਾ ਹੈ ਤੇ ਸੂਰਜ ਦਾ ਗੈਸ਼ ਖਤਮ ਹੋ ਜਾਂਦਾ। ਸਾਡੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਨ ਮਾਇਆ ਹੁਮੇ ਮਮਤਾ ਰਜੋ ਤਮੋ ਸਤੋ ਗੁਣ ਆਸ਼ਾ ਤ੍ਰਿਸ਼ਨਾ ਭੁੱਖ ਪਿਆਸ, ਇਹ ਸਭ ਸਾਡੇ ਅੰਦਰ ਪਰਦੇ ਹੈ। ਜਦ ਤੱਕ ਅਸੀਂ ਮਿਹਨਤ ਨਹੀਂ ਕਰਦੇ ਇਹ ਪਰਦੇ ਦੂਰ ਨਹੀਂ ਹੁੰਦੇ। ਉਹ ਜਗ ਜੀਵਨ ਦਾਤਾ ਸਾਡੇ ਅੰਦਰ, ਜਿਹੜਾ ਸਾਡੀ ਰੂਹ ਅੰਦਰ ਨਹੀਂ ਜਾਂਦੀ, ਸਾਨੂੰ ਅੰਦਰੋਂ ਲੱਭਦਾ ਕੁਛ ਨਹੀਂ। ਅੰਨੇ ਆਏ ਅੰਨੇ ਚਲਾ ਗਏ। ਗੁਰੂ ਸਾਹਿਬ ਜੀ ਫਰਮਾਉਂਦੇ ਹੈ ਕਿ ਇਹ ਕੰਮ ਤੈਨੂੰ ਕਰਨਾ ਪਏਗਾ। ਅੱਗੇ ਸਤਿਗੁਰ ਦੀ ਮਰਜ਼ੀ ਹੈ, ਸਤਿਗੁਰ ਦੀ ਡਿਊਟੀ ਹੈ, ਤੂੰ ਇਹ ਕੰਮ ਕਰ। ਜਿਸ ਤਰ੍ਹਾਂ ਕਈ ਵਾਰ ਹਜ਼ੂਰ ਫਰਮਾਉਂਦੇ ਹੁੰਦੇ ਸੀ ਕਿ ਸਵਾਰੀ ਦਾ ਮਤਲਬ ਹੈ ਸਟੇਸ਼ਨ ਤੇ ਪਹੁੰਚਣਾ, ਸਟੇਸ਼ਨ ਤੋਂ ਟਿਕਟ ਲੈ ਕੇ ਗੱਡੀ ਤੇ ਬੈਠਣਾ, ਅੱਗੇ ਗੱਡੀ ਵਾਲੇ ਦਾ ਕੰਮ ਹੈ ਤੈਨੂੰ ਮੰਜ਼ਿਲੇ ਮਕਸੂਦ ਤੇ ਪਹੁੰਚਾਉਣਾ, ਤੇਰਾ ਫਿਰ ਕੋਈ ਕੰਮ ਨਹੀਂ। ਇਸੇ ਤਰ੍ਹਾਂ ਸਾਡਾ ਕੰਮ ਇਹ ਹੈ ਕਿ ਅਸੀਂ ਸਿਮਰਨ ਦੇ ਜ਼ਰੀਏ ਆਪਣੀ ਵਿਲ ਪਾਵਰ ਨੂੰ ਦੇਖ ਸਕਦੇ ਹਾਂ ਕਿ ਕਿਤਨੀ ਸਟਰੋਂਗ ਹੈ, ਕਿਤਨੀ ਮਜ਼ਬੂਤ ਹੈ, ਕਿਤਨੀ ਤਾਕਤ ਹੈ ਉਹਦੇ ਵਿੱਚ। ਉਹ ਦੇਖਣਾ ਅਸੀਂ ਸਿਮਰਨ ਦੇ ਜ਼ਰੀਏ।
ਜਿਉਂ-ਜਿਉਂ ਅਸੀਂ ਸਿਮਰਨ ਕਰਾਂਗੇ ਤਿਉਂ-ਤਿਉਂ ਸਾਡੇ ਅੰਦਰੋਂ ਤਾਕਤ ਪੈਦਾ ਹੋਣਾ ਸ਼ੁਰੂ ਹੋ ਜਾਏਗੀ। ਔਰ ਸਾਡੇ ਦੁਸ਼ਮਣ ਜਿਹੜੇ ਹੈ, ਇਹ ਦੁਸ਼ਮਣ ਸਾਡਾ ਪਿੱਛਾ ਛੱਡਣਾ ਸ਼ੁਰੂ ਕਰ ਦੇਣਗੇ। ਸਾਡੀ ਤਾਕਤ ਵੱਧਦੀ ਜਾਏਗੀ। ਅਸੀਂ ਉਸ ਮਾਲਕ ਨੂੰ, ਉਸ ਸ਼ਹਿਨशाह ਨੂੰ, ਉਸ ਰੂਹਾਨੀਅਤ ਤਾਕਤ ਨੂੰ ਦੇਖ ਲਵਾਂਗੇ। ਹਾਂਜੀ, ਸਦਾ ਜੁਰੇ ਸਭ ਕਾਏ ਹਿਰਦੈ ਨਾਮ ਪਾਰ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਉਹ ਮਾਲਕ ਤੇਰੇ ਅੰਦਰ ਹੈ, ਕੋਈ ਦੂਰ ਤੇ ਨਹੀਂ। ਉਹ ਦੂਰ ਨਹੀਂ, ਲੇਕਿਨ ਜਦ ਤੱਕ ਤੂੰ ਉਹਦਾ ਸਿਮਰਨ ਨਹੀਂ ਕਰਦਾ ਉਹ ਤੈਨੂੰ ਮਿਲੇਗਾ ਕਿਸ ਤਰ੍ਹਾਂ। ਜੇਕਰ ਦੇਖਣਾ ਚਾਹੇ ਉਸ ਮੌਲਾ ਨੂੰ ਹਰ ਜਾਈ ਹਰ ਥਾਈ, ਦੇਖ ਸੂਰਤ ਬੰਦੇ ਦੀ ਮੂਰਖ ਜਿਸ ਵਿੱਚ ਬਸਦਾ ਸਾਈਂ। ਜੇ ਤੂੰ ਦੇਖਣਾ ਚਾਹੁੰਦਾ ਹੈ ਉਸ ਮਾਲਕ ਨੂੰ ਹਰ ਜਗ੍ਹਾ ਹਰ ਥਾਂ ਤੇ ਫਿਰ ਬੰਦੇ ਨੂੰ ਦੇਖ ਲੈ ਜਿਹਦੇ 'ਚ ਬਸਦਾ ਹੈਗਾ। ਫਿਰ ਤੈਨੂੰ ਜੰਗਲਾਂ ਤੇ ਪਹਾੜਾਂ 'ਚ ਜਾਣ ਦੀ ਜ਼ਰੂਰਤ ਨਹੀਂ। ਤੈਨੂੰ ਕਿਤੇ ਦਰਿਆਵਾਂ ਤੇ ਜਾਣ ਦੀ ਜ਼ਰੂਰਤ ਨਹੀਂ, ਪਹਾੜਾਂ ਤੇ ਜਾਣ ਦੀ ਜ਼ਰੂਰਤ ਨਹੀਂ, ਜੰਗਲਾਂ 'ਚ ਜਾਣ ਦੀ ਜ਼ਰੂਰਤ ਨਹੀਂ। ਤੂੰ ਖੁਦ ਬੰਦੇ ਨੂੰ ਦੇਖ ਜਿਹੜਾ ਉਸ ਦਾ ਕਾਬਾ ਬਣਿਆ ਹੈ, ਜਿਹੜੀ ਉਹਦੀ ਮਸੀਤ ਬਣੀ ਹੈ, ਜਿਹਦੇ ਵਿੱਚ ਖੁਦ ਖੁਦਾ ਰਹਿੰਦਾ ਹੈ। ਹਾਂਜੀ, ਜੋਗ ਜੋਗ ਬਾਣੀ ਸ਼ਬਦ ਪਛਾਣੇ ਨਾਉ ਮੀਠਾ ਮਨ ਪਿਆਰਾ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਜੁਗ ਜੁਗ ਬਾਣੀ ਆਈ ਔਰ ਜਿਸਨੇ ਸਮਝਿਆ, ਸੋਚਿਆ, ਵਿਚਾਰਿਆ ਔਰ ਕਮਾਈ ਕੀਤੀ, ਉਸ ਨੂੰ ਉਹ ਮਿੱਠੀ ਲੱਗੀ, ਪਿਆਰੀ ਲੱਗੀ, ਉਸ ਨੇ ਫਾਇਦਾ ਲੈ ਲਿਆ। ਜਿਸ ਨੇ ਨਹੀਂ ਵਿਚਾਰ ਕੀਤੀ, ਨਹੀਂ ਕਮਾਈ ਕੀਤੀ, ਉਹ ਜੁਗ ਜੁਗ ਰਹਿੰਦੇ ਹੀ ਆਏ। ਕਈ ਵਾਰ ਦੱਸਿਆ ਕਿ ਗੁਰੂ ਮਹਾਰਾਜ 10ਵੀਂ ਪਾਤਸ਼ਾਹੀ ਦੇ ਵਕਤ ਉਹਨਾਂ ਦੇ ਪਾਸ ਇੱਕ ਭਾਈ ਡਲਾ ਸਿੱਖ ਸੀ, ਉਹ ਰਹਿੰਦਾ ਸੀ। ਗੁਰੂ ਸਾਹਿਬ ਨੂੰ ਕਹਿਣ ਲੱਗਾ ਕਿ ਤੁਸੀਂ ਜੰਗ ਛੱਡ ਦਿੱਤਾ, ਕਿਉਂ ਛੱਡ ਦਿੱਤਾ? ਅਸੀਂ ਬੜੇ ਬੜੇ ਮਾਲਵੇ ਦੇ ਸਿੱਖ ਲਿਆਉਂਦੇ ਤੇ ਜੰਗ ਕਰਦੇ। ਸੰਤ ਸਾਡੀ ਕਰਤੂਤ ਨੂੰ ਜਾਣਦੇ ਆ, ਜਿੰਨੇ ਜੋਗੇ ਅਸੀਂ ਹੋਨੇ ਆ। ਉਹਨਾਂ ਕਿਹਾ ਕੋਈ ਨਹੀਂ, ਫੇਰ ਦੇਖੀ ਜਾਏਗੀ। ਕੁਛ ਦਿਨਾਂ ਦੇ ਬਾਅਦ ਗੁਰੂ ਸਾਹਿਬ ਨੇ ਕਿਹਾ ਭਾਈ ਡਲਿਆ ਜਾ, ਸਾਡੇ ਪਾਸ ਕੋਈ ਬੰਦੂਕ ਛੱਡ ਗਿਆ, ਕੋਈ ਬੰਦਾ ਲਿਆ, ਅਸੀਂ ਟਰਾਈ ਕਰਨੀ ਹੈ। ਜੇ ਸੱਚਾ ਪਿਆਰ ਹੁੰਦਾ ਤੇ ਕਹਿੰਦਾ ਜੀ ਇੱਕੋ ਬੰਦੇ ਦੀ ਲੋੜ ਹੈ, ਮੈਂ ਹਾਜ਼ਰ ਹਾਂ। ਘਰ ਘਰ ਫਿਰਿਆ, ਕੌਣ ਬੰਦਾ ਦੇਵੇ ਗੋਲੀ ਅੱਗੇ। ਆ ਗਿਆ ਵਾਪਸ, ਮਹਾਰਾਜ ਕੋਈ ਬੰਦਾ ਨਹੀਂ ਆਇਆ। ਉਹ ਤੂੰ ਤੇ ਕਹਿੰਦਾ ਹੈ ਕਿ ਮੈਂ ਫੌਜਾਂ ਲਿਆਵਾਂਗਾ, ਹੁਣ ਇੱਕ ਬੰਦਾ ਵੀ ਨਹੀਂ ਆਇਆ। ਮਹਾਰਾਜ ਜੀ ਕੋਈ ਨਹੀਂ ਆਇਆ। ਅੱਛਾ ਫਿਰ ਬੰਦਿਆਂ ਦੀ ਕਿਹੜੀ ਅਸੀਂ ਇੰਨੇ ਲੋੜ ਹੈਗੀ ਹੈ, ਤੂੰ ਸਿੱਧਾ ਹੋ ਜਾ। ਮੇਰਾ ਤਾਂ ਨਿੱਕਾ ਨਿੱਕਾ ਬਾਲ ਬੱਚਾ ਜੀ, ਮੈਂ ਕਿੱਦਾਂ। ਅੱਛਾ ਜਾ ਸਾਡੇ ਤਵੇਲੇ ਵਿੱਚ, ਉੱਥੇ ਕੋਈ ਦੇਖ, ਕੋਈ ਸਾਧੂ ਹੈ, ਕੋਈ ਸੇਵਾਦਾਰ ਹੋਊ ਤਾਂ ਉਹਨੂੰ ਦੱਸ ਦੇ। ਤਵੇਲੇ ਵਿੱਚ ਕੌਣ ਸਨ? ਜਿਹੜੇ ਘੋੜਿਆਂ ਨੂੰ ਘਾਹ ਪਾਉਂਦੇ ਸੀ, ਲਿੱਦਾਂ ਸੁੱਟਦੇ ਸੀ, ਪਾਣੀ ਪਿਲਾਉਂਦੇ ਸਨ, ਉਹਨਾਂ ਦੀ ਸਫਾਈ ਰੱਖਦੇ ਸਨ। ਉਸ ਜਦੋਂ ਜਾ ਕੇ ਸੁਨੇਹਾ ਦਿੱਤਾ, ਉਹ ਪੰਜੇ ਹੀ ਨਸੇ ਆਏ। ਆ ਕੇ ਗੁਰੂ ਸਾਹਿਬ ਦੇ ਅੱਗੇ ਖਲੋ ਗਏ। ਕੋਈ ਉਹਦੇ ਅੱਗੇ ਹੋਵੇ, ਕੋਈ ਉਹਦਾ ਦੂਜੇ ਦੇ ਅੱਗੇ ਹੋਵੇ, ਕਿ ਮੈਨੂੰ ਪਹਿਲਾਂ ਨਿਸ਼ਾਨਾ ਹੋਣਾ ਚਾਹੀਦਾ। ਗੁਰੂ ਸਾਹਿਬ ਨੇ ਕਿਹਾ ਤੁਸੀਂ ਇਸ ਤਰ੍ਹਾਂ ਕਰੋ, ਇੱਕ ਲਾਈਨ 'ਚ ਹੋ ਜਾਓ ਤੇ ਮੈਂ ਤੁਹਾਡਾ ਸਾਰਿਆਂ ਦਾ ਨਿਸ਼ਾਨਾ ਕਰ ਦੇਣਾ। ਇੱਕ ਲਾਈਨ 'ਚ ਜਦੋਂ ਹੋ ਗਏ ਤੇ ਗੁਰੂ ਸਾਹਿਬ ਨੇ ਉੱਤੋਂ ਦੀ ਫੈਰ ਕੱਢ ਦਿੱਤਾ। ਤੇ ਭਾਈ ਡਲਾ ਕਹਿੰਦਾ ਸੱਚੇ ਪਾਤਸ਼ਾਹ, ਜੇ ਤੁਸੀਂ ਇਸ ਤਰ੍ਹਾਂ ਕਰਨਾ ਸੀ ਤੇ ਮੈਨੂੰ ਦੱਸਣਾ ਸੀ, ਮੈਂ ਵੀ ਖੜੋ ਹੀ ਸਕਦਾ ਸੀ। ਮੈਂ ਵੀ ਖੜੋ ਹੀ ਸਕਦਾ ਸੀ।
पर वो इस तरह वास्ते नहीं सी आए, वो सच्चे दिल नाल आए सी। उन्हां दा नाम पंज प्यारे रखिया उस वक्त गुरु साहब ने कि मेरे पंज प्यारे ने। प्यारे किदां बने? कुर्बानी दी। मोया बाज नहीं मकसद मिलते जिस पाया तिस मर के। वो कुर्बानी देने वास्ते आए, गोली दे अगे खड़े हो गए, साडा निशाना करो जी। फिर उन्होंने गुरु साहब ने कहा पंज प्यारे, और नहीं किसी ने कहा भी। अज असी जिन्ना मर्जी भावें उन्हों दी नकल कर लीए वो तो चलदियां रहिंदियां ने, लेकिन उस वक्त वही पंज प्यारे सी कि जेड़े गरीब उत्थे लिद्दां सुटदे सी, घोड़ियां नूं घाह पांदे सी ते पानी पिलाउंदे सी ते उन्हां दी सेवा करदे सन। उस वक्त वही पंज प्यारे बने सी जेड़े गोली दे अगे सामने आ गए सी। हाँ जी। सतगुर सेवा जन नाम पछाता, सफल जन्म जग। गुरु साहब जी फरमाउंदे है कि ओदा ही जन्म सफल है जिसने सतगुर नूं पछाण लिया, जिसने सतगुर की वाक भी कर लई, ओदा जन्म सफल है। क्योंकि वह सतगुर दे साह नाल साह, जिंदगी नाल जिंदगी, मौत नाल मौत। एक सतगुर ते कष्ट आवे तो सिख नस जाए तो वह कहदा सिख हैगा। किसी दे प्यो नूं मार पैंदी होवे ते पुत नस जाए। जिहड़ा सिख है वह नहीं नसदा, वो कहंदा सतगुर दे नाल मेरी जिंदगी है, वो दुख नाल दुख, सुख नाल सुख। हाँ जी। हर रस चाक सदा मन तिरपते, गुण गावे गुणी आगा। गुरु साहब जी बड़े प्यार दे नाल फरमा रहे हैं, हर रस चखे। जदों सिख ने कमाई की, सतगुर का हुक्म मन्निया, अंदरों उसनूं हर दा फल मिलिया, वो शब्द का रस आया, वो स्वाद अंदरों आया, वो दिन रात फिर गुण गाउंदा है, अपने मुरशद दे गुण गाउंदा है, वो गीत गाउंदा है मुरशद दे। क्यों? उन्होंने रस मिलिया, अंदरों सुख मिलिया। हाँ जी। कमल प्रकाश सदा रंग राता, अनहद शब्द बजा। गुरु साहब जी बड़े प्यार नाल फरमा रहे हैं कि उन्होंने दे अंदर वो कमल प्रकाश हो गया, जिहड़ा बुझा होया कमल सी वो प्रकाश हो। किस तरह प्रकाश होया? कई बार तुहानूं दस्सिया है कि दीवे बत्ती दे विच ताकत नहीं, दीवे बत्ती दे विच ताकत नहीं जब तक ओदी पिछों सप्लाई नहीं होंदी। वो रोशनी वाली ताकत जिहड़ी है जद ओदे विच नहीं पैंदी, ओदे विचों सप्लाई नहीं होंदी, ओदी रोशनी नहीं आउंदी। मुरशद ने वो सप्लाई शुरू कर दी, अंदरों कमल जिहड़ा बुझा सी वो जागना शुरू हो गया, ओदी रोशनी हो गई, अंदरों सत की सप्लाई शुरू हो गई। पर मुरशद के जरिए एदा नहीं, इस तरह नहीं हुई। हाँ जी, ऐ सारे दे अंदर है, वो कमल सारे दे अंदर है, बुझा है, कोई पता नहीं सन। जिसने मेहनत की उन्होंने जगार जगत कर लिया, ਉਹਦੀ सप्लाई शुरू हो गई, उन्हें सब कुछ देख लिया। जिस तरह बीरो भाई जिन्हों रंग रतड़ी कहते हैं, उसने कहा फरीद साहब नूं, बाबा मेरी सुरत खंडा ब्रह्मंडा ते पहुंच गई है, अगर मैं दुनिया दे जो काम हो रहे उन्होंने विच दसां
ਤਾਂ ਲੋਕ ਮੈਨੂੰ ਪੱਥਰ ਮਾਰਨ, ਮੈਨੂੰ ਸ਼ਦਾਈ ਕਹਿਣ। ਮੈਂ ਸਭ ਕੁਝ ਦੇਖ ਰਹੀ ਹਾਂ ਕੀ ਹੋ ਰਿਹਾ। ਇਸੇ ਤਰ੍ਹਾਂ ਉਹ ਸਿੱਖ ਦਾ ਜਦ ਅੰਦਰੋਂ ਕਮਲ ਪ੍ਰਕਾਸ਼ ਹੋ ਜਾਂਦਾ ਹੈ, ਰੋਸ਼ਨੀ ਹੋ ਜਾਂਦੀ ਹੈ, ਉਸ ਵਕਤ ਸਭ ਕੁਝ ਨਜ਼ਰ ਆ ਜਾਂਦਾ ਹੈ। ਇੱਕ ਨਹੀਂ, ਸਾਰੀ ਦੁਨੀਆ ਨਜ਼ਰ ਆ ਜਾਂਦੀ ਹੈ, ਖੰਡ ਬ੍ਰਹਿਮੰਡ ਨਜ਼ਰ ਆ ਜਾਂਦੇ। ਹਾਂਜੀ, ਤਨ ਮਨ ਨਿਰਮਲ ਨਿਰਮਲ ਬਾਣੀ, ਸੱਚੋ ਸੱਚ ਸਮਾਈ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਿਹਾ, ਤਨ ਮਨ ਨਿਰਮਲ ਔਰ ਨਿਰਮਲ ਬਾਣੀ। ਤਨ ਮਨ ਨਿਰਮਲ ਕਿਸ ਤਰ੍ਹਾਂ ਹੋਇਆ? ਤੁਸੀਂ ਗੰਦੇ ਪਾਣੀ ਦੇ ਵਿੱਚ ਇਸ਼ਨਾਨ ਕਰੋ, ਤੁਹਾਨੂੰ ਬਜਾਏ ਮੈਲ ਲਾਉਣ ਦੇ ਮੈਲ ਲੱਗ ਜਾਏਗੀ। ਅਗਰ ਸਾਫ਼ ਪਾਣੀ ਦੇ ਵਿੱਚ ਤੁਸੀਂ ਇਸ਼ਨਾਨ ਕਰੋਗੇ, ਤੁਹਾਡੀ ਮੈਲ ਲੱਥ ਜਾਏਗੀ। ਉਹ ਜਿਹੜੀ ਅੰਦਰ ਨਿਰਮਲ ਬਾਣੀ ਹੈ, ਉਹ ਬਾਣੀ ਸਾਫ਼ ਕਰਦੀ ਹੈ, ਉਹ ਨਿਰਮਲ ਹੈ ਬਾਣੀ। ਮਹਾਰਾਜ ਪੰਜਵੀਂ ਪਾਤਸ਼ਾਹੀ ਜਿਸ ਤਰ੍ਹਾਂ ਫਰਮਾਇਆ, ਤੇਰਾ ਮੁਖ ਸੁਹਾਵਾ ਜੀਓ ਸਹਿਜ ਧੁਨ ਬਾਣੀ। ਕਾਹਦੇ ਨਾਲ ਸੁਹਾਵਾ ਹੋਇਆ, ਕਾਹਦੇ ਨਾਲ ਸੋਹਣਾ ਬਣਿਆ? ਉਹ ਜਿਹੜੀ ਅੰਦਰ ਧੁਨ ਆ ਰਹੀ ਹੈ, ਜਿਹੜੀ ਅੰਦਰ ਉਹ ਬਾਣੀ ਆ ਰਹੀ ਹੈ, ਉਹ ਉਸਨੇ ਪਵਿੱਤਰ ਕਰ ਦਿੱਤਾ। ਉਹਨਾਂ ਮੁਰਸ਼ਿਦ ਦੀ ਤਾਰੀਫ ਕੀਤੀ, ਹੋਇਆ ਤੇ ਆਪਣਾ ਵੀ ਸੀ, ਲੇਕਿਨ ਮੁਰਸ਼ਿਦ ਦੀ ਤਾਰੀਫ ਕੀਤੀ। ਤੇਰਾ ਮੁਖ ਸੁਹਾਵਾ ਜੀਓ ਸਹਿਜ ਧੁਨ ਬਾਣੀ। ਤੇਰੇ ਅੰਦਰ ਉਹ ਬਾਣੀ ਆ ਰਹੀ ਹੈ, ਉਹ ਸ਼ਬਦ ਆ ਰਿਹਾ, ਉਸਨੇ ਤੈਨੂੰ ਸੋਹਣਾ ਬਣਾ ਦਿੱਤਾ ਹੈ। ਹਾਂਜੀ, ਰਾਮ ਨਾਮ ਕੀ ਗਤ ਕੋਈ ਨਾ ਬੋਝੇ, ਗੁਰਮਤਿ ਹਿਰਦੈ ਸਮਾਈ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਰਾਮ ਨਾਮ ਕੀ ਗਤ ਕੋਈ ਨਾ ਬੁਝੇ। ਗੁਰਮੁਖ, ਕਿਸੇ ਗੁਰਮੁਖ ਦੇ ਹਿਰਦੇ ਦੇ ਅੰਦਰ ਸਮਾਈ। ਗੁਰਮੁਖ ਕਿਸ ਨੂੰ ਕਿਹਾ? ਗੁਰਮੁਖ ਕਿਸੇ ਦਾ ਨਾਂ ਨਹੀਂ। ਗੁਰਮੁਖ ਉਸ ਨੂੰ ਕਹਿੰਦੇ ਆ ਕਿ ਜਿਸ ਨੇ ਗੁਰੂ ਤੋਂ ਸਿੱਖਿਆ ਲੈ ਕੇ ਆਪਣੇ ਮੁਖ ਦੇ ਵਿੱਚ ਪਾ ਲਈ ਹੈ, ਉਸ ਨੇ ਕੱਢੀ ਨਹੀਂ। ਮੁਖ ਚੋਂ ਸਿੱਖਿਆ ਨਹੀਂ ਕੱਢੀ, ਚਾਹੇ ਲੱਖਾਂ ਤੂਫਾਨ ਆ ਜਾਣ ਉਹਦੇ ਉੱਤੇ, ਲੱਖਾਂ ਮਜਬੂਰੀਆਂ ਹੋ ਜਾਣ, ਲੇਕਿਨ ਉਹ ਸਿੱਖਿਆ ਸਤਿਗੁਰ ਦੀ ਨਹੀਂ ਛੱਡੇਗਾ। ਇਹਨਾਂ ਨਵਾਂ ਦੁਆਰਿਆਂ ਨੂੰ ਕ੍ਰਾਸ ਕਰਕੇ ਉੱਪਰ ਚਲਾ ਜਾਂਦਾ ਹੈ। ਹਾਂਜੀ, ਗੁਰਮੁਖ ਐਸੋ ਮਾਗ ਪਛਾਣ, ਹਰ ਰਸ ਰਸਨ ਰਸਾਈ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਗੁਰਮੁਖ ਹੋਵੇ ਤਾਂ ਮੱਗ ਪਛਾਣੇ। ਭਾਈ ਗੁਰਮੁਖਾਂ ਨੂੰ ਪਤਾ ਹੈ ਕਿ ਮਾਲਕ ਦੇ ਘਰ ਦਾ ਰਸਤਾ ਕਿਹੜਾ ਹੈ, ਦੂਸਰੇ ਨੂੰ ਕੀ ਪਤਾ ਹੈਗਾ? ਜਿਹੜਾ ਉਸ ਰਸਤੇ ਗਿਆ ਹੀ ਨਹੀਂ, ਉਹਨੂੰ ਰਸਤੇ ਦਾ ਵੀ ਕੀ ਪਤਾ ਹੈਗਾ? ਇਹ ਗੁਰਮੁਖਾਂ ਨੂੰ ਪਤਾ ਹੈ ਕਿ ਉਸ ਮਾਲਕ ਦੇ ਘਰ ਦਾ ਕਿਹੜਾ ਰਸਤਾ ਹੈ, ਉਹਨਾਂ ਨੇ ਉਹਦੀ ਪਛਾਣ ਕੀਤੀ ਹੈ। ਹਾਂਜੀ, ਜਪ ਤਪ ਸੰਜਮ ਸਭ ਗੁਰ ਹੋਤੇ, ਓ ਹਿਰਦੈ ਨਾਮ ਬਸਾਈ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਜਪ ਤਪ ਸੰਜਮ ਸਭ ਗੁਰ ਤੇ ਹੋਵੇ। ਅਸੀਂ ਜਪ ਤਪ ਜਿਹੜੇ ਕਰਦੇ ਹਾਂ, ਅਗਰ ਸਤਿਗੁਰ ਦਾ ਅਸੀਂ ਹੁਕਮ ਮੰਨੀਏ, ਉਹਨਾਂ ਦੇ ਕਹਿਣੇ ਮੁਤਾਬਕ ਕੰਮ ਕਰੀਏ, ਤੇ ਸਾਡੇ ਸਾਰੇ ਜਪ ਤਪ ਹੋ ਜਾਂਦੇ। ਮਹਾਰਾਜ ਤੀਸਰੀ ਪਾਤਸ਼ਾਹੀ ਮੁਰਸ਼ਿਦ ਦੇ ਹੁਕਮ ਦੇ ਮੁਤਾਬਕ ਪਾਣੀ ਢੋਇਆ, ਉਹਨਾਂ ਨੂੰ ਇਸ਼ਨਾਨ ਕਰਾਇਆ, ਉਹਨਾਂ ਦੇ ਜਪ ਤਪ ਉਹੀ ਬਣ ਗਿਆ, ਉਹੀ ਜਪ ਤਪ ਬਣ ਗਿਆ, ਉਹੀ ਇਸ਼ਨਾਨ ਬਣ ਗਏ, ਉਹੀ ਸੰਜੋਗ ਬਣ ਗਿਆ। ਉਹਦੇ ਵਿੱਚ ਗੁਰਮੁਖ ਯਾਨੀ ਗੁਰੂ ਖੁਸ਼ ਹੋ ਗਿਆ, ਉਹੀ ਸਭ ਕੁਝ ਬਣ ਗਿਆ, ਉਹਦੇ ਵਿੱਚੋਂ ਸਭ ਕੁਝ ਮਿਲ ਗਿਆ। ਚੌਥੀ ਪਾਤਸ਼ਾਹੀ ਗੁਰੂ ਸਾਹਿਬ ਨੇ 70 ਵਾਰ ਚੌਂਤਰੇ ਬਣਾਏ, 70 ਵਾਰ ਉਹਨਾਂ ਢਾਏ, ਉਹੀ ਗੁਰੂ ਨੂੰ ਖੁਸ਼ ਕਰ ਲਿਆ, ਉਹੀ ਉਹਨਾਂ ਦੇ ਜਪ ਤਪ ਬਣ ਗਏ। ਹਾਂਜੀ,
नानक नाम समाल से जन सोहन दर साचे पत पाई। गुरु साहब जी बड़े प्यार दे नाल फरमा रहे है, नानक नाम संभालन सोएन, वो सोने वो अपने दर उस मालिक दे दर उन्होंने इज्जत पत होंदी है, वो अपने मालिक दे घर पहुंच जाते हैं पर जिन्हें नाम संभालिया। नाम कोई सोने की डली नहीं कि असी टैंकों च पा लैनी है, उस सत नूं क्या है। कबीर साहब जी जिस तरह बाणी च फरमाउंदे है, सत गया तो क्या रहा, सील गया सब झाड़, भक्ति खेत कैसे बचे जब टूट गई है बाढ़। वो सील जद नहीं रहा तो भगती का खेत जेड़ा वो मिर्ग खा गए, बाढ़ टुट गई मिर्ग खा गए, नाम संभालिया नहीं गया। 88,000 वर्ष तपस्या ऋषि ने की, लेकिन काम दृष्टि आई एक मिनटां दे विच ही 88,000 वर्ष की तपस्या जिहड़ी सी वो खत्म हो गई, नाम संभालिया नहीं गया। फकीरां ने नाम संभालिया, दिन रात मेहनत की है नाम दी, दिन रात कमाई की है। जिन्हां दे दरबार में तुसीं बैठे हो 40 साल उन्होंने दिन रात यही कमाई की है, उस सत नूं संभालिया, उस सत्य ताकत नूं संभालिया, तां वो दरबार विच सोहणे लगे, तद वो मुरशद नूं चंगे लगे, तद मुरशद ने उन्होंने थापी दी खुश होके। भाई जिस पशु के खून ही नहीं होंदा उन्होंने थापी देन दा कोई बंदे का इरादा होंदा है? बंदा तो वो थापी छड़ के देखता भी नहीं है, भावें अपना ही पशु है। जिहड़ा पशु सोहना लगता वो जाके थापी देंदा, वो तो खुश होंदा है। मुरशद ने जदों थापी दी तो खुश होए होणगे, और कितने खुश होए होणगे जे थापी दी हैगी। और उन्होंने कितनी कमाई की होएगी कि जिन्हां दी 3 दिन ते 3 रातां समाधि लगी रही, कितना कष्ट किया होएगा। असी उस चीज नूं देखना है। ये सतगुर कोई लफजी नहीं कि सतगुर तो असी आम कही जाने सतगुर। सत पहला क्यों किया, गुर पिछू किया। गुर ने क्यों नहीं पहला किया, पहला गुर कहना चाहिए तो सत रहन देना चाहिए, किन्ने के बन जाते हैं भला। पहला सत क्या है, सत ते फिर गुर। पहले पौधे नूं पानी दिता जाता है, फिर वह फल खाधा जाता है। पहला फल नहीं मिलता जब तक वो मेहनत ना हो, उदों पानी ना दिता जाए वह फल नहीं मिलना। हजरत बहु साहब ने इसे वास्ते पानी च फरमाया, अलफ अल्लाह चंबे दी बूटी मुर्शिद मन मेरे विच लाई हूँ, नफी सहावत का पानी मिले सू हर रंगे हर जाई हूँ, अंदर बूटी मुश्क मचाया जा फुलन पर आई हूँ, जीवे मुर्शिद कांबल बाऊ जे बूटी लाई हूँ। मुसलमाना फकीर ने भी, क्योंकि सारे फकीर दे राय कोई है, उन्हें जो फरमाया है अल्लाह अल्लाह ने मेरे अंदर बुलटी एक ला दी, और नाम बुलटी जी साढ़े अंदर सारे दे लाई है। और उस बुलटी नूं पानी किहड़ा चाहिए है, सावती का पानी, सिदक का पानी, जत सत का पानी, तद वो बुलटी बलदी है, नहीं तो नहीं बलदी। फिर उस बूटी नूं जदों उस बूटी नूं पानी लगेगा फिर वो बधेगी, सोहणियां कलियां निकलणगियां उस दियां, फिर सोहणे फुल पैणगे, फिर उसकी खुशबोई आएगी। बनौटी फुलों की खुशबोई नहीं आउंदी। फिर उसकी खुशबोई ये नहीं कि मेरे तेरे तक ही रह सकती है, खुशबोई ने कोई कंट्रोल च नहीं कर सकता, खुशबोई दियां कोई पंडा नहीं पा सकता, खुशबोई किसी कब्जे च नहीं कर सकता। वह खुशबोई देशा प्रदेशों में चला जाती है।
बड़ी बड़ी दूर चला जाती है। अंदर बुलटी मुश्क मचाया या फुलन पर आई, जीवे मुर्शद कामल पाओ। उन्हें मुर्शद की तारीफ की है कि मेरा मुर्शद हमेशा जींदा रहना चाहिए है, जिसने ये बुलटी लाई। ਉਹਦੀ खुशबुई हजूर फरमाते होंगे सी, हज़ारां कनसर घ्यो दे भर के अंदर रख दियो, कोई खुशबुई नहीं आएगी। पर तुसी एक छड़ाकी का तड़का लाओ तो असी सारे पिंड दे विच उहदी खुशबुई जाती है। इस तरह संतां दी जिहड़ी जदों वो बुलटी अंदर फुलदी है, ਉਹਦੀ खुशबुई देसां परदेसां विच चला जाती, बड़ी बड़ी दूर चला जाती है। उस बूटी ने इन्ना कामा सी है, 3 महीने बाहर रह के आया, 12 सूबियां दे विच फिर के आए। कोई इधर खिंचे खुशबुई, जिधर जिधर खुशबुई गई उधर उधर खिंची जान। वो खुशबुई अगे गई थी, पहला नहीं गई थी। मराशी वाला लेखा, जिदा मराशी ने मराशी गया किसी दे, मराशन रोज ही उन्होंने खिचड़ी खवाया करे मराशन रोज मराशी नूं खिचड़ी खवाया करे। एक दिन मराशी ने सोचा चलो किते जजमाना दे चलते हैं, उत्थे रोटी राटी खा आने। एक दरिया लंघना सी, बेड़ी राही लंघ गया। अगे जजमाने भी कोई खुशी नाल खिचड़ी बनाई दी, उन्होंने उहदे अगे थाली च पा के रखी दी, बह रहा चुप करके। मराशी कहन लगे, मराशिया खा मीरजादिया रोटी। कहता मैं रोटी दे खाना, मैं इनू पुछ रहा कि मैं तो बेड़ी राह आया तो तू किधरों आई है मैं तो बेड़ी राह आया तो तू किधरों आ गई है। ये अगे भी मैं रोज यही खांदा रहा है। असी यही सोचीए भी असी तो जहाज राह आए तो खुशबुई किधरों आ गई है। कोई किते खिंचे, कोई किते खिंचे। वो 4 दौरे जिहड़े मिथे, असी मिथे ही 4 दौरे होर नवें बन गए विच। उन्हां दे विचों दिन कढ़ के असी उन्हां दे भुगताए। 8-8 घंटे जहाज दे उत्ते जिथे जाना हुंदा सी, एडी एडी दूर जाके न्यूयॉर्क ते हैगा, उत्थे कख भी नहीं सी। मसीको आ न्यू मजीको, ਜਿਹੜੇ पहाड़ ही पहाड़, जिथे ज्वालामुखी फटी हैगी। वो इन्नी फटी, उत्थे दसिया बंदे ने, वो आई लियांदी मिट्टी ਉਹਦੀ कि 23 मील चौड़े, 23 मील लम्मा ते 10 मील चौड़ी। वो पहाड़ी 1 मील उपर चला गई। 23 मील लंबा है तो 1 मील चौड़ी। जदों फटी पहाड़ी तो 1 मील उपर गई प्रैशर नाल। फिर वो जिधर जिधर भी किते वो नीवियां जगह से फिर बगना शुरू हो गई अग जी। एक जंगल देखिया, उस जंगल के विचों दी गई, बड़े बड़े लकड़ जंगल जेड़े वो सड़ गए। मुंडा नूं लगी अग, सड़ गए सारे, बिच पे आ गए। 10,000 साल आज तू लैके पहला फटी है। 10,000 साल पहाड़ियां बनिया उस अग दियां, फिंगर जे बने है, पहाड़ियां बन गए कई थां, मीलां कई मीलां पता चल गया। हुण की करिए, हुण ब्याह करिए हुण ब्याह करिए, ब्याह का भी काम चाहिए, कोई वादा भी वधे ना अगे।